ਧੰਨ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਰੇ ਬਖਾਨ। ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਜਿਸ ਪਿਆਰੇ ਸਿਉ ਨਿਹੋ ਤਿਸ ਆਗੇ ਮਰ ਚਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ। ਸਤਿਗੁਰ ਪ੍ਰਸਾਦ ਰਾਗ ਗੌੜੀ ਮਹਲਾ ਨੌਵਾਂ। ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਂ ਤੇ ਹੈਨਸ ਭਾਗੋ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਂ ਤੇ ਹੈਨਸ ਭਾਗੋ ਰਹਾਓ। ਸੁਖ ਦੁਖ ਦੋਨੋਂ ਸਮ ਕਰ ਜਾਣੈ ਔਰ ਮਾਨਿ ਅਪਮਾਨਾ। ਹਰਖ ਸੋਗ ਤੇ ਰਹੇ ਅਤੀਤਾ ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ। ਜਨ ਨਾਨਕ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ। ਜਨ ਨਾਨਕ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਅੱਜ ਹਫ਼ਤਾਵਾਰੀ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਗੁਰੂ ਚਰਨਾਂ ਵਿੱਚ ਸਜ ਬੈਠੇ ਹਾਂ। ਗੁਰੂ ਘਰ ਦੇ ਤਿੰਨ ਜਿਹੜੇ ਮਾਧਿਅਮ ਨੇ ਕਥਾ ਕੀਰਤਨ ਤੇ ਢਾਡੀ ਪ੍ਰਸੰਗ, ਉਹਨਾਂ ਤਿੰਨਾਂ ਮਾਧਿਅਮ ਦੇ ਵਿੱਚੋਂ ਆਪਾਂ ਨੇ ਇੱਕ ਨੂੰ ਸ਼ਰਵਣ ਕੀਤਾ, ਉਹ ਹੈ ਕੀਰਤਨ। ਕੀਰਤਨ ਦੇ ਅਰਥ ਹੁੰਦੇ ਨੇ ਮਾਲਕ ਦੀ ਵਡਿਆਈ ਸਿਫਤ ਸਲਾਹ ਕਰਨੀ। ਇੱਕ ਤੇ ਕੀਰਤਨ ਜਿੱਦਾਂ ਰਾਗੀ ਸਿੰਘ ਕਰਦੇ ਨੇ, ਸੰਗਤ ਵੀ ਕੀਰਤਨ ਕਰ ਸਕਦੀ ਹੈ। ਕਈਆਂ ਕਹਿਣਾ ਆਪਾਂ ਨੂੰ ਵਾਜਾ ਨਹੀਂ ਵਜਾਉਣਾ ਆਉਂਦਾ, ਤਬਲਾ ਨਹੀਂ ਵਜਾਉਣਾ ਆਉਂਦਾ, ਅਸੀਂ ਕੀਰਤਨ ਕਿੱਦਾਂ ਕਰਨਾ। ਗੁਰੂ ਸਾਹਿਬ ਕਹਿੰਦੇ ਸਾਰੇ ਕੀਰਤਨ ਕਰ ਸਕਦੇ ਨੇ। ਇੱਕ ਤੇ ਮਾਲਕ ਦੀ ਵਡਿਆਈ ਸਾਜ਼ਾਂ ਦੇ ਰਾਹੀਂ, ਤੇ ਇੱਕ ਬਿਨਾਂ ਸਾਜ਼ਾਂ ਤੋਂ ਵੀ ਉਸ ਮਾਲਕ ਦੀ ਸਿਫਤ ਹੁੰਦੀ ਹੈ। ਉਹ ਹੈ ਉਸ ਮਾਲਕ ਦੀ ਵਡਿਆਈ
ਸੁਣਨੀ ਹੀ ਮਾਲਕ ਦੀ ਮਹਿਮਾ ਵਡਿਆਈ ਕਰਨੀ ਤੇ ਸੁਣਨੀ ਉਹਦਾ ਕੀਰਤਨ ਕਰਨਾ ਹੀ ਹੈ। ਕੀਰਤਨ ਦੇ ਅਰਥ ਹੀ ਸਿਫਤ ਸਲਾਹ ਨੇ। ਤੋ ਜਿੱਥੇ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਉੱਥੇ ਨਾਲ ਹੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਪ੍ਰਕਾਸ਼ ਪੁਰਬ ਹੈ। ਸਭ ਤੋਂ ਪਹਿਲੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਕੁਝ ਪੱਖ ਫਿਰ ਸ਼ਬਦ ਦਾ ਆਧਾਰ ਬਣਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੇ ਸ਼ਬਦ ਨੂੰ ਆਪਾਂ ਪੜਾਂਗੇ ਤੇ ਉਹਦੇ ਵਿਚਾਰ ਕਰਾਂਗੇ। ਵਿਚਾਰ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਵੀ ਉਹਦੇ ਅਰਥ ਕਰ ਦਿੱਤੇ ਤੇ ਵਿਚਾਰ ਹੋ ਗਈ। ਵਿਚਾਰ ਦੇ ਅਰਥ ਹੁੰਦੇ ਨੇ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਤੇ ਉਹਨੂੰ ਜੀਵਨ ਵਿੱਚ ਲਾਗੂ ਕਰਨਾ। ਤੋ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਬਦ ਆਪਾਂ ਆਸਾ ਜੀ ਦੀ ਵਾਰ ਵਿੱਚ ਰੋਜ਼ ਪੜ੍ਹਦੇ ਹਾਂ, ਉਹਨਾਂ ਨੇ ਜੋ ਪਹਿਲੋਂ ਕੀਤਾ ਤੇ ਫਿਰ ਉਹਨਾਂ ਨੇ ਬਾਣੀ ਵਿੱਚ ਲਿਖਿਆ। ਪਹਿਲਾਂ ਉਹਨਾਂ ਨੇ ਕੀਤਾ ਫਿਰ ਬਾਣੀ ਵਿੱਚ ਲਿਖਿਆ ਤੇ ਸੰਸਾਰ ਦੇ ਜੀਵ ਜਿਨ੍ਹਾਂ ਵਿੱਚ ਅਸੀਂ ਤੁਸੀਂ ਸਾਰੇ ਆਉਂਦੇ ਹਾਂ ਤੇ ਮਨੁੱਖ ਦੀ ਫਿਤਰਤ ਹੈ ਕਿ ਇਹ ਕਰਦਾ ਕੁਝ ਨਹੀਂ ਤੇ ਕਹਿੰਦਾ ਬਹੁਤ ਕੁਝ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਪ ਗਵਾਏ ਸੇਵਾ ਕਰੇ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਬਚਨ ਆਸਾ ਜੀ ਦੀ ਵਾਰ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕਰ ਦਿੱਤਾ ਤੇ ਉਸ ਸ਼ਬਦ ਦੇ ਵਿੱਚੋਂ ਜਿਹੜੇ ਭੇਦ ਨੇ ਉਹ ਅਸੀਂ ਖੋਲਣੇ ਤੇ ਗੁਰੂ ਸਾਹਿਬ ਜੀ ਸਮਤ ਵੀ ਬਖਸ਼ਦੇ ਨੇ। ਅਰਦਾਸ ਜਦੋਂ ਅਰਦਾਸੀਆ ਕਰਦਾ ਆਪਾਂ ਕਰਨੀ ਅਰਦਾਸ ਏਦਾਂ ਗਲ ਵਿੱਚ ਪੱਲੂ ਪਾ ਕੇ ਕੀ ਕਵਾਂਗੇ ਆਪਾਂ ਅਖੀਰ ਵਿੱਚ ਭਲਾ ਸਿੱਖਾਂ ਨੂੰ ਸਿੱਖੀ ਦਾਨ। ਰੋਜ਼ ਕਹਿੰਦੇ ਆਪਾਂ ਕਿੰਨੇ ਕੁ ਨੇ ਕਿ ਇਸ ਦਾਨ ਨੂੰ ਝੋਲੀ ਵਿੱਚ ਪਾਉਣ ਵਾਸਤੇ ਤਿਆਰ ਨਹੀਂ। ਅਰਦਾਸ ਵਿੱਚ ਰੋਜ਼ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ ਤੇ ਅਗਲਾ ਬਚਨ ਹੈ ਕੇਸ ਦਾਨ। ਇਹ ਸਾਰੇ ਦਾਨਾਂ ਦੇ ਵਿੱਚੋਂ ਸੱਤਵਾਂ ਦਾਨ ਅਖੀਰਲਾ ਉਹ ਹੈ ਨਾਮ ਦਾਨ। ਇਉਂ ਲੱਗਦਾ ਵੀ ਸੱਤ ਦਾਨ ਗ੍ਰੰਥੀ ਸਿੰਘ ਅਰਦਾਸ ਵਿੱਚ ਕਹਿ ਜਾਂਦਾ ਸੱਤਾਂ ਦੇ ਵਿੱਚੋਂ ਇੱਕ ਵੀ ਬੰਦਾ ਝੋਲੀ ਵਿੱਚ ਪਵਾਉਣ ਨੂੰ ਤਿਆਰ ਨਹੀਂ ਹੈ। ਸਭ ਦੇ ਤੁਹਾਡੇ ਯਾਦ ਧਿਆਨ ਤੇ ਹੁੰਦਾ ਵੀ ਬਾਬਾ ਅਰਦਾਸ ਵਿੱਚ ਮੇਰਾ ਨਾਮ ਸਹੀ ਲੈਂਦਾ ਹੈ ਜਾਂ ਗਲਤ ਲੈਂਦਾ। ਮਗਰ ਕੋਈ ਗੋਤ-ਗਾਤ ਲਾਇਆ ਜਾਂ ਛੱਡ ਗਿਆ ਲਾਈਏ ਕਲਾਸ ਦੀ ਕਮੇਟੀ ਕੋਲ ਜਾ ਕੇ ਧਿਆਨ ਇੱਧਰ ਹੁੰਦਾ ਕਿਮਾ ਕਰਿਓ। ਮੇਰੀਆਂ ਲੱਗੀਆਂ ਕਲਾਸਾਂ ਮੈਂ ਤਾਂ ਕਹਿਣਾ ਪ੍ਰਬੰਧਕਾਂ ਨੇ ਨਹੀਂ ਬੀਬੀਆਂ ਨੇ ਲਾਈਆਂ ਕਈਆਂ ਨੇ ਨਾਮ ਗਲਤ ਲੈਂਦਾ। ਬੇਨਤੀ ਕਰਾਂ ਇਹ ਨਾਮ ਨੇ ਸਰੀਰਾਂ ਦੇ। ਜਿਸ ਦਿਨ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ ਸਰੀਰ ਵੀ ਖਤਮ ਤੇ ਨਾਮ ਵੀ ਖਤਮ ਨਾਲ ਹੀ। ਫਿਰ ਬੇਨਤੀ ਕਰਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਬੜੀ ਵਿਦਵਾਨਾਂ ਨੇ ਗਹਿਰਾਈ ਦੇ ਨਾਲ ਬਣਾਈ। ਕਿਸੇ ਧਰਮ ਦੇ ਵਿੱਚ ਏਦਾਂ ਦੀ ਪ੍ਰਾਰਥਨਾ ਨਹੀਂ ਅਰਦਾਸ ਨਹੀਂ ਕਹਿ ਲਓ। ਕਿੰਨੇ ਧਰਮ ਨੇ ਕਿਸੇ ਧਰਮ ਦੇ ਵਿੱਚ ਰੋਜ਼ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਮਹਾਭਾਰਤ ਹੋਈ ਤੇ ਉਹਨਾਂ ਦੇ ਲਿਖਣ ਦੇ ਮੁਤਾਬਕ ਕਹਿੰਦੇ 18 ਖੂਣੀਆਂ ਫੌਜ ਉੱਥੇ ਜੰਗ ਹੋਇਆ ਸੜ ਕੇ ਸਵਾਹ ਹੋ ਗਈ ਲੜ ਕੇ ਮਰ ਗਏ ਵੱਡੇ ਵੱਡੇ ਯੋਧੇ ਕੈਰਵ ਪਾਂਡਵ ਕੀ ਭੀਮ ਸੈਨ ਕੀ ਨਕੁਲ ਕੀ ਸਹਿਦੇਵ ਕੀ ਅਰਜੁਨ ਕੀ ਕਰਨ ਕੀ ਭੀਸ਼ਮ ਪਿਤਾਮਾ ਸਭ ਕਿੰਨੇ ਵੱਡੇ ਵੱਡੇ ਯੋਧੇ। ਕਿਸੇ ਨੂੰ ਇੱਕ ਨੂੰ ਵੀ ਸ਼ਹੀਦ ਦਾ ਦਰਜਾ ਨਹੀਂ ਮਿਲਿਆ। ਇੱਕ ਨੂੰ ਵੀ ਕਿਤੇ ਦੇਖਿਆ ਆਪਾਂ ਨੇ ਵੀ ਭੀਮ ਸੈਨ ਦਾ ਹਿੰਦੂਆਂ ਨੇ ਸ਼ਹੀਦੀ ਦਿਹਾੜਾ ਮਨਾਇਆ ਹੋਵੇ ਜਾਂ ਭੀਸ਼ਮ ਪਿਤਾਮਾ ਦਾ ਜਾਂ ਕਰਨ ਦਾ। ਕਿਉਂ? ਸ਼ਹੀਦ ਉਹ ਹੁੰਦਾ ਹੈ ਜਿਹੜਾ ਆਪਣੇ ਉੱਚੇ ਸੁੱਚੇ ਆਦਰਸ਼ ਦੇ ਵਾਸਤੇ ਕੌਮ ਦੇ ਲਈ ਜਿਹੜਾ ਆਪਣਾ ਆਪ ਕੁਰਬਾਨ ਕਰੇ
ਤੇ ਉਸ ਕੁਰਬਾਨੀ ਦੇ ਵਿੱਚ ਉਹਦਾ ਨਿੱਜੀ ਸਵਾਰਥ ਕੋਈ ਨਾ ਹੋਵੇ, ਬਸ ਉਹਨੇ ਕੁਰਬਾਨ ਹੀ ਹੋਣਾ। ਮਹਾਭਾਰਤ ਰਮਾਇਣ ਉਹ ਇੱਕ ਨਿੱਜੀ ਸਵਾਰਥ ਜਰ ਜੋਰੂ ਜ਼ਮੀਨ ਲਈ ਹੋਈ। ਆਪਾਂ ਨਹੀਂ ਕਹਿ ਰਹੇ, ਉਹਨਾਂ ਦੀਆਂ ਮੂਵੀਆਂ ਬਣੀਆਂ, ਬਕਾਇਦਾ ਉਹਨਾਂ ਲੋਕਾਂ ਨੇ ਇੰਨਾ ਕੁ ਪ੍ਰਚਾਰ ਕੀਤਾ ਕਿ ਉਹਨਾਂ ਨੇ ਝੂਠ ਨੂੰ, ਮਿੱਥਿਆ ਨੂੰ ਸਕਰੀਨ ਤੇ ਸੱਚ ਬਣਾ ਕੇ ਪੇਸ਼ ਕੀਤਾ। ਤੇ ਅੱਜ ਬੱਚਾ ਬੱਚਾ ਹਿੰਦੂ ਦੇਵੀ ਦੇਵਤਿਆਂ ਨੂੰ ਪੂਜਦਾ, ਉਹ ਇਤਿਹਾਸ ਨੂੰ ਵੀ ਪੂਜ ਰਹੇ ਨੇ। ਤੇ ਸਾਡੇ ਸਭ ਕੁਝ ਇਤਿਹਾਸ ਤੇ ਗੁਰਬਾਣੀ ਦੇ ਮੁਤਾਬਕ ਸਾਡੇ ਸਾਹਮਣੇ ਵਾਪਰਿਆ। ਤੇ ਮੇਰੇ ਖਿਆਲ 'ਚ ਅਜੇ ਵੀ ਕਦੀ ਕਦੀ ਸ਼ੱਕ ਹੁੰਦਾ। ਖੈਰ ਬੇਨਤੀ ਕਰਾਂ, ਗੁਰੂ ਅਰਜੁਨ ਦੇ ਮਹਾਰਾਜ, ਖਿਮਾ ਕਰਿਓ, ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਆਪ ਗਵਾਏ। ਇੱਥੋਂ ਆਪਾਂ ਪ੍ਰਕਰਨ ਸ਼ੁਰੂ ਕੀਤਾ। ਮੈਂ ਬਹੁਤਾ ਕੋਈ ਵੱਡਾ ਕਥਾਵਾਚਕ ਤਾਂ ਨਹੀਂ, ਮਸ਼ਹੂਰ ਜਿਹਾ, ਤੁਹਾਨੂੰ ਪਤਾ ਹੀ ਹੈ, ਤੁਹਾਡੇ ਵਿੱਚ ਹੀ ਰਹਿੰਦੇ ਆ। ਪਰ ਜਿੰਨੀ ਕੁ ਮੈਨੂੰ ਗੁਰੂ ਦੀ ਵਡਿਆਈ ਆਉਂਦੀ ਹੈ, ਧਿਆਨ ਨਾਲ ਬਹੁਤਾ ਤਾਂ ਨਹੀਂ ਸੁਣਦੇ ਵੀ ਸਾਡੇ 'ਚ ਹੀ ਰਹਿੰਦਾ। ਪਰ ਤੁਸੀਂ ਇਸ ਲੈਵਲ ਤੋਂ ਨਹੀਂ ਕਥਾ ਸੁਣਨੀ। ਤੁਸੀਂ ਲੈਵਲ ਇਹ ਰੱਖਣਾ ਵੀ ਭਾਵੇਂ ਗੁਰਸੇਵਕ ਸਿੰਘ ਸੁਣਾ ਰਿਹਾ ਤੇ ਭਾਵੇਂ ਅਮਰਜੀਤ ਸਿੰਘ ਸੁਣਾ ਰਿਹਾ, ਤੁਸੀਂ ਸੋਚ ਇਹ ਰੱਖਣੀ ਹੈ ਵੀ ਅਸੀਂ ਗੁਰੂ ਦੀ ਗੱਲ ਸੁਣਨੀ ਹੈ। ਸੁਣਾ ਜਿਹੜਾ ਮਰਜ਼ੀ ਹੈ, ਗੁਰੂ ਦੀ ਵਡਿਆਈ ਹੋ ਰਹੀ ਹੈ। ਤੋ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਆਪ ਗਵਾਏ ਸੇਵਾ ਕਰੇ। ਆਪ ਦੇ ਅਰਥ ਨੇ ਹੰਕਾਰ, ਵੀ ਜਿੰਨਾ ਚਿਰ ਬੰਦਾ ਆਪਣੇ ਹੰਕਾਰ ਨੂੰ ਗਵਾਉਂਦਾ ਨਹੀਂ, ਗਵਾਉਂਦਾ ਦੇ ਅਰਥ ਨੇ ਹੰਕਾਰ ਤੋਂ ਰਹਿਤ ਨਹੀਂ ਹੁੰਦਾ, ਤੇ ਉਹਨਾਂ ਚਿਰ ਗੁਰੂ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਨਹੀਂ। ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜਿਹੜੇ ਵੱਡ ਵਡੇਰੇ ਸਨ ਨਾ, ਉਹ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ, ਮੰਗੋਵਾਲ ਪਿੰਡ ਵੀ ਕਹਿੰਦੇ ਹਨ ਤੇ ਮੇਘੋਵਾਲ ਵੀ ਕਹਿੰਦੇ ਨੇ। ਸਿਆਣੇ ਵਿਦਵਾਨ ਸੱਜਣ ਇੱਥੇ ਬੈਠੇ ਨੇ, ਸਾਰੇ ਇਤਿਹਾਸ ਦੇ ਖੋਜੀ, ਬਹੁਤ ਕੁਝ ਜਾਣਦੇ ਨੇ। ਔਰ ਉੱਥੋਂ ਦੇ ਇਹਨਾਂ ਦੇ ਬਜ਼ੁਰਗ ਸਨ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਦਾਦਾ ਜੀ ਸਨ, ਉਹ ਸਨ ਗੇਲੂ ਮੱਲ ਜੀ। ਤੇ ਗੇਲੂ ਮੱਲ ਜੀ ਜਦੋਂ ਇਧਰ ਪੰਜਾਬ ਦੀ ਧਰਤੀ ਤੇ ਆਏ, ਨਗਰ ਪੈਂਦਾ ਸਰਾਏ ਨਾਗਾ ਵੀ ਕਹਿੰਦੇ ਨੇ, ਮੱਤੇ ਦੀ ਸਰਾਂ ਵੀ ਕਹਿੰਦੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਸਰਾਏ ਨਾਗਾ ਤਾਂ ਕਹਿਣ ਲੱਗੇ ਵੀ ਇੱਥੇ ਨਗੀਨਿਆਂ ਦਾ ਵੀ ਵਪਾਰ ਹੁੰਦਾ ਸੀ, ਇਸ ਲਈ ਸਰਾਏ ਨਾਗਾ ਵੀ ਦਾ ਨਾਮ ਪਿਆ। ਮੁਕਤਸਰ ਸਾਹਿਬ ਤੇ ਕੋਟਕਪੂਰੇ ਦੇ ਬਿਲਕੁਲ ਇਹ ਵਿਚਾਲੇ ਸ਼ਹਿਰ ਹੈ, ਕਸਬੇ ਦੀ ਨਿਆਈ। ਤੋ ਇੱਥੇ ਇਹਨਾਂ ਦੇ ਬਜ਼ੁਰਗ ਆਏ ਜਿਹੜੇ ਗੇਲੂ ਮੱਲ ਜੀ ਸਨ। ਉਹਨਾਂ ਦੇ ਘਰ ਵਿੱਚ ਫਿਰ 4 ਪੁੱਤਰ ਹੋਏ, ਰਾਜਾਨੀ ਜੀ, ਅਰਥੀ ਮੱਲ ਜੀ ਤੇ ਫੇਰੂ ਮੱਲ ਜੀ। ਤੋ ਫੇਰੂ ਮੱਲ ਦੇ ਘਰ ਦੇ ਵਿੱਚ 1504 ਨੂੰ 31 ਮਾਰਚ ਵੈਸਾਖ ਸੁਦੀ 1 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਵੈਸਾਖ ਸੁਦੀ 5 1621, ਮੇਰੇ ਖਿਆਲ 'ਚ 1 ਅਪ੍ਰੈਲ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਵੀ ਵੈਸਾਖ ਨੂੰ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਵੀ ਵੈਸਾਖ ਨੂੰ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਵੀ। ਮੇਰੇ ਖਿਆਲ 'ਚ ਵੈਸਾਖ ਦੇ ਨਾਲ, ਵੈਸਾਖੀ ਦੇ ਨਾਲ ਕੌਮ ਦਾ ਤੇ ਗੁਰੂਆਂ ਦਾ ਬਹੁਤ ਵੱਡਾ ਗਹਿਰਾ ਸੰਬੰਧ ਹੈ। ਇਤਿਹਾਸਕਾਰਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮਾਤਾ ਦੇ ਕਈ ਨਾਮ ਲਿਖੇ ਨੇ, ਪਰ ਮੈਂ ਕਾਹਨ ਸਿੰਘ ਨਾਭਾ ਨੂੰ ਫੋਲੋ ਕਰਦਾ, ਬੜਾ ਵਿਦਵਾਨ ਹੋਇਆ ਕਾਹਨ ਸਿੰਘ ਨਾਭਾ। ਉਹਦਾ ਗ੍ਰੰਥ ਪੜੋ, ਮਹਾਨ ਕੋਸ਼, ਜੋ ਮਰਜ਼ੀ ਉਹਦੇ ਚੋਂ ਲੱਭ ਲਓ। ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਾਤਾ ਦਾ ਨਾਮ ਦਇਆ ਕੌਰ ਲਿਖਿਆ, ਕਈਆਂ ਮਨਸਾ ਦੇਵੀ ਲਿਖਿਆ। ਉਹ ਕਹਿੰਦੇ ਨੇ 1504 ਨੂੰ 31 ਮਾਰਚ 1 ਵਿਸਾਖ, ਫਿਰ ਇਧਰ ਮੱਤੇ ਦੀ ਸਰਾਂ ਦੀ ਧਰਤੀ ਤੇ ਫੇਰੂ ਮੱਲ ਦੇ ਘਰ ਇੱਕ ਬਾਲਕ ਦਾ ਜਨਮ ਹੋਇਆ ਤੇ ਨਾਮ ਉਹਦਾ ਰੱਖਿਆ ਲਹਿਣਾ। ਕਾਫੀ ਟਾਈਮ ਇੱਥੇ ਸਮਾਂ ਆਪਣੀ ਚਾਲੇ ਤੁਰਦਾ ਹੈ ਤੇ ਜਿਹੜੇ ਭਾਈ ਫੇਰੂ ਮੱਲ ਜੀ ਹਨ ਤੇ ਇੱਥੋਂ ਦਾ ਚੌਧਰੀ ਆ ਤਖਤ ਮੱਲ, ਉਹਦੇ ਨਾਲ ਆਪਸੀ ਵਪਾਰਕ ਇਕੱਠਾ ਬਿਜ਼ਨਸ ਕਹਿ ਲਓ, ਕਾਰੋਬਾਰ ਕਹਿ ਲਓ, ਅੱਜ ਦੇ ਸਮੇਂ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ, ਬੜੀ ਆਪਸੀ ਮੁਹੱਬਤ ਹੈ, ਇੱਕ ਦੂਜੇ ਦੇ ਨਾਲ ਰਲ ਮਿਲ ਕੇ ਚੱਲ ਰਹੇ ਨੇ। ਪਰ ਇੱਕ ਦਿਨ ਕੀ ਹੋਇਆ ਕਿ ਫੇਰੂ ਮੱਲ ਤੇ ਤਖਤ ਮੱਲ ਦਾ
ਆਪਸੀ ਕੁਝ ਕੰਮ ਕਾਜ ਇਕੱਠਿਆਂ ਕਰਦਿਆਂ ਊਣਤਾਈ ਉੱਚਾ ਨੀਵਾਂ ਬੰਦਾ ਹੋ ਜਾਂਦਾ ਹੈ, ਪਰ ਉਹਨੂੰ ਸੁਲਝਾਇਆ ਜਾ ਸਕਦਾ ਹੈ। ਉਹਦੇ ਨਾਲ ਇਹ ਨਹੀਂ ਵੀ ਸਭ ਕੁਝ ਖਤਮ ਹੀ ਕਰ ਦੇ। ਹੁਣ ਤਖਤ ਮਲ ਤੇ ਫੇਰੂ ਮਲ ਆਪਸ ਦੇ ਵਿੱਚ ਕੁਝ ਉਹਨਾਂ ਦਾ ਤਕਰਾਰ ਹੋਇਆ, ਤੇ ਜੋ ਫੇਰੂ ਮਲ ਜੀ ਸਨ ਤੇ ਤਖਤ ਮਲ ਦੀਆਂ ਉਹਦੇ ਖਿਮਾ ਕਰਿਓ, ਉਹਦੇ 6 ਪੁੱਤਰ ਸਨ ਤੇ 7ਵੀਂ ਧੀ ਸੀ, ਉਹਦਾ ਨਾਮ ਸੀ ਬੀਬੀ ਭਰਾਈ। ਔਰ ਉਹਨੂੰ ਬਾਬਾ ਫੇਰੂ ਮਲ ਜੀ ਭੈਣ ਕਹਿੰਦੇ ਸਨ, ਤੇ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਨੂੰ ਭੂਆ ਕਹਿੰਦੇ ਸਨ। ਇਤਿਹਾਸ ਵਿੱਚ ਬੜੀ ਦਫਾ ਇਹ ਆਇਆ। ਹੁਣ ਜਦੋਂ ਆਪਸ ਵਿੱਚ ਗੁੱਸੇ ਗਿਲੇ ਹੋਏ ਤਾਂ ਗੁਰੂ ਅੰਗਦ ਦੇ ਮਹਾਰਾਜ ਭਾਵ ਭਾਈ ਲਹਿਣਾ ਜੀ ਆਪਣੀ ਭੂਆ ਵਰਾਈ ਦੇ ਕੋਲ ਗਏ ਤੇ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਸੁਲ੍ਹਾ ਕਰਾਈ। ਤੇ ਜਿਉਂ-ਜਿਉਂ ਭੂਆ ਵਰਾਈ ਭਾਈ ਲਹਿਣਾ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਨੇੜੇ ਲੱਗੇ, ਗੁਰੂ ਦੀਆਂ ਬਾਤਾਂ ਕਰਦੇ ਰਹੇ। ਆਪਸ ਦੇ ਵਿੱਚ ਬੜਾ ਸਨੇਹ ਬਣ ਗਿਆ। ਕੋਈ ਵੀ ਗੱਲ ਹੁੰਦੀ ਇਹਨਾਂ ਨੇ ਆਪਸ ਦੇ ਵਿੱਚ ਕਰਨੀ। ਤੋ ਇਤਿਹਾਸ ਕਹਿੰਦਾ ਹੈ ਇੱਕ ਸਮੇਂ ਫਿਰ ਮੱਤੇ ਦੀ ਸਰਾਏ ਇਸ ਨਗਰ ਦੇ ਵਿੱਚ, ਤੁਸੀਂ ਕਦੀ ਜਾਇਓ, ਮੈਂ ਗਿਆ, ਬਹੁਤ ਵੱਡਾ ਅਸਥਾਨ ਬਣਿਆ, ਇਤਿਹਾਸਕ ਅਸਥਾਨ ਮੱਤੇ ਦੀ ਸਰਾਂ, ਗੁਰੂ ਅੰਗਦ ਦੇ ਮਹਾਰਾਜ ਦੀ ਯਾਦ ਵਿੱਚ, ਰੋਡ ਤੋਂ ਬਿਲਕੁਲ ਹਟ ਕੇ ਜੀ। ਕੋਟਕਪੂਰੇ ਨੂੰ ਜਾਂਦਿਆਂ ਸੱਜੇ ਹੱਥ, ਆਉਂਦਿਆਂ ਖੱਬੇ ਹੱਥ ਮੁਕਤਸਰ ਨੂੰ। ਤੋ ਤ੍ਰੇਣ ਖੱਤਰੀ ਇਹਨਾਂ ਦਾ ਗੋਤ ਸੀ। ਗੁਰੂ ਅੰਗਦ ਦੇ ਮਹਾਰਾਜ ਜਦੋਂ ਇਸ ਨਗਰ ਵਿੱਚ ਨੇ, ਇਹਨਾਂ ਦੇ ਪਿਤਾ ਜੀ ਸਮਾਂ ਪਾ ਕੇ ਚੜ੍ਹਾਈ ਕਰ ਗਏ। ਔਰ ਇਹ ਜਿਹੜੀ ਆਪਸ ਦੇ ਵਿੱਚ ਜਿਹੜੀ ਤਲਖੀ ਹੋਈ ਸੀ ਨਾ ਤਖਤ ਮਲ ਤੇ ਫੇਰੂ ਮਲ ਦੀ, ਉਹਦੇ ਤੋਂ ਵੀ ਉਹਨਾਂ ਦੀ ਕੁਝ ਮਨ ਉਹਨਾਂ ਦਾ ਉਖੜਿਆ ਵੀ ਆਪਣੀ ਮਿਹਨਤ ਕਰੀਏ। ਇਹਨਾਂ ਨੇ ਇੱਥੇ ਵੀ ਇੱਕ ਦੁਕਾਨ ਪਾਈ। ਕਿਰਤ ਕਰਨੀ ਕੋਈ ਮਾੜੀ ਨਹੀਂ, ਕਿਰਤ ਕਰਦਿਆਂ ਕਰਦਿਆਂ ਕਰਤੇ ਨਾਲ ਵੀ ਜੁੜਿਆ ਜਾ ਸਕਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਕਿਰਤ ਵਿਰਤ ਕਰ ਧਰਮ ਦੀ। ਬੜੀਆਂ ਉਦਾਹਰਨਾਂ ਨੇ, ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਕੁਝ ਸਿੱਖ ਆਏ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਇਹ ਗੱਲ ਕਹੀ ਸੀ, ਕਹਿੰਦੇ ਭਾਈ ਇਹ ਗੁਰੂ ਨਾਨਕ ਦਾ ਘਰ ਵੇਲੜਾਂ ਦਾ ਨਹੀਂ, ਇਹ ਕਿਰਤੀਆਂ ਦਾ ਪੰਥ ਹੈ। ਤੇ ਜਦੋਂ ਬਾਰਡਰਾਂ ਤੇ ਕਿਸਾਨ ਸ਼ਹੀਦ ਹੁੰਦੇ ਨੇ, ਉਦੋਂ ਆਪਾਂ ਕਹਿੰਦੇ ਆ ਜੈ ਜਵਾਨ ਜੈ ਜਵਾਨ, ਤੇ ਜਦੋਂ ਕਿਸਾਨ ਹੱਕ ਮੰਗਦੇ ਨੇ ਉਦੋਂ ਜੈ ਕਿਸਾਨ ਨਹੀਂ ਆਪਾਂ ਕਹਿੰਦੇ, ਉਦੋਂ ਕੋਈ ਜੈ ਕਿਸਾਨ ਨਹੀਂ। ਖੈਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਦੁਕਾਨ ਪਾਈ ਤੇ ਇੱਕ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਿੱਖ ਭਗੀਰਥ, 4-5 ਜਾਣੇ ਇਹ ਪ੍ਰਚਾਰਕ ਫੇਰੀ ਤੇ ਨੇ, ਪਿੰਡਾਂ ਵਿੱਚ ਜਾਂਦੇ ਪ੍ਰਚਾਰ ਕਰਦੇ ਗੁਰੂ ਨਾਨਕ ਦੀ ਸਿੱਖੀ ਦਾ। ਇਤਿਹਾਸ ਇਹ ਕਹਿੰਦਾ ਹੈ ਕਿ ਭਾਵੇਂ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਦੀ ਸ਼ਰਨ ਵਿੱਚ ਬਹੁਤ ਸਮਾਂ ਬਾਅਦ ਵਿੱਚ ਆਏ, ਪਰ ਗੁਰੂ ਨਾਨਕ ਦੀ ਜਿਹੜੀ ਗੱਲ ਸੀ ਨਾ, ਉਹ ਭਾਈ ਲਹਿਣੇ ਦੇ ਕੰਨਾਂ ਦੇ ਵਿੱਚ ਬਹੁਤ ਸਮਾਂ ਪਹਿਲਾਂ ਹੀ ਪੈ ਗਈ ਸੀ, ਭਾਈ ਜੋਧ ਰਾਹੀਂ। ਤੇ ਹੁਣ ਪਿੰਡ ਦੇ ਵਿੱਚ ਦੁਕਾਨ ਹੈ, ਭਾਈ ਭਗੀਰਥ ਆਇਆ, ਕੁਝ ਨਾਲ ਸਾਥੀ ਆਏ, ਸ਼ਾਮ ਦਾ ਵਕਤ ਹੈ। ਇਹਨਾਂ ਦੇਖਿਆ ਕਿ ਆਪਾਂ ਲੰਗਰ ਪਾਣੀ ਤਿਆਰ ਕਰਨਾ, ਕੁਝ ਮਾਇਆ ਲਈ ਤੇ ਪਿੰਡ ਵਿੱਚ ਦੁਕਾਨ ਲੱਭੀ, ਤੇ ਉਹ ਦੁਕਾਨ ਸੀ ਭਾਈ ਲਹਿਣੇ ਦੀ, ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਅੰਗਦ ਦੇ ਮਹਾਰਾਜ ਬਣਨਾ। ਹੁਣ ਜੇ ਚਾਹੁੰਦੇ ਤਾਂ ਪਿੰਡ ਵਿੱਚੋਂ ਜਾ ਕੇ ਮੰਗ ਕੇ ਵੀ ਖਾ ਸਕਦੇ ਸਨ, ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਇਹ ਕਿਰਤੀਆਂ ਦਾ ਧਰਮ ਹੈ, ਕਿਰਤ ਕਰਕੇ ਖਾਣੀ। ਹੁਣ ਭਾਈ ਲਹਿਣੇ ਦੀ ਦੁਕਾਨ ਤੇ ਜਦੋਂ ਭਾਈ ਭਗੀਰਥ ਗਿਆ ਨਾ, ਸੌਦਾ ਤੋਲਿਆ, ਤੇ ਉਦੋਂ ਬਣੇ 13 ਆਨੇ। ਹੁਣ ਇਸ ਮੁਲਕ ਵਿੱਚ ਆਪਾਂ ਰਹਿੰਦੇ ਆ, ਬਹੁਤਾ ਨਹੀਂ ਮੈਨੂੰ ਪਤਾ, ਤੁਹਾਨੂੰ ਪਤਾ ਵੀ ਇੱਥੇ ਜਦੋਂ ਆਪਾਂ ਕੋਈ ਵੀ ਸਮਾਨ ਲੈਂਦੇ ਆ, ਤੁਹਾਡਾ ਭਾਵੇਂ 1 ਸੈਂਟ ਵੀ ਬਣਿਓ ਤੁਹਾਨੂੰ ਦਿੰਦੇ ਨੇ, ਭਾਵੇਂ ਤੁਸੀਂ ਨਾ ਲਓ, ਦਿੰਦੇ ਜ਼ਰੂਰ ਨੇ, ਰੱਖਦੇ ਨਹੀਂ। ਸਾਡੇ ਪੰਜਾਬ 'ਚ ਕੀ ਕਰਦੇ, ਜੇ 9 ਰੁਪਇਆਂ ਦੀ ਚੀਜ਼ ਬਣੀ ਤੇ 1 ਰੁਪਈਆਂ ਦੀਆਂ ਟੌਫੀਆਂ ਹੀ ਦੇ ਦਿੰਦੇ ਵੀ ਆਹ ਲੈ ਜਾ ਤੂੰ, ਉਹ ਭਾਵੇਂ 5 ਦੀਆਂ ਹੀ ਹੋਣ, 1 ਰੁਪਈਆ ਨਹੀਂ ਮੋੜਦੇ। ਏਦਾਂ ਹੀ ਬੱਸਾਂ ਵਿੱਚ ਵੀ ਹੁੰਦਾ, ਕਨੈਕਟਰਾਂ ਨੇ ਵੀ ਹੁਣ ਝੋਲਿਆਂ ਦੇ ਵਿੱਚ ਟੌਫੀਆਂ ਰੱਖੀਆਂ ਵੀ ਆਹ ਲੈ ਲਿਓ।
ਇੱਕ ਨੇ ਦੱਸਿਆ ਵੀ ਕਨੈਕਟਰ ਨੇ ਟੌਫੀਆਂ 2 ਦੇ ਦਿੱਤੀਆਂ, ਮਾਈ ਕਹਿੰਦੀ ਨਿਆਣੇ 4 ਨੇ। ਕਹਿੰਦੀ ਹੁਣ ਦੱਸ ਵੀ ਉਹ ਤਾਂ ਫਿਰ ਆਪ 'ਚ ਲੜਨਗੇ, ਇਸ ਲਈ ਜਿੰਨੇ ਬਣਦੇ ਇੱਥੇ ਹੀ ਰੱਖ। ਹੁਣ ਜਦੋਂ 13 ਆਨੇ ਬਣੇ ਤੇ ਭਾਈ ਲਹਿਣੇ ਨੇ 12 ਲਏ। ਭਾਈ ਭਗੀਰਥ ਕਹਿੰਦਾ ਭਾਈ ਲਹਿਣੇ ਨੂੰ ਵੀ ਇਹ ਕੀ ਗੱਲ ਵੀ ਜਦੋਂ ਮੇਰੇ 13 ਆਨੇ ਬਣੇ ਨੇ ਤੂੰ 13 ਹੀ ਲੈ, ਤੂੰ 12 ਕਿਉਂ ਲੈਣਾ? ਭਾਈ ਭਗੀਰਥ 13 ਆਨੇ ਸਾਥੀ ਦੇ ਕੇ ਸੌਦਾ ਲਿਆ ਤੇ ਤੁਰ ਗਏ। ਤੇ ਭਾਈ ਲਹਿਣਾ ਸੋਚੀ ਪੈ ਗਿਆ। ਅਜੇ ਗੁਰੂ ਵਾਲਾ ਨਹੀਂ ਬਣਿਆ ਭਾਈ ਲਹਿਣਾ, ਅਜੇ ਉਹ ਸੰਸਾਰਿਕ ਕਿਰਤ ਕਰਦਾ ਤੇ ਉਹ ਵੈਸ਼ਨੂ ਦੇਵੀ ਦੀ ਪੂਜਾ ਕਰਨ ਵੀ ਜਾਂਦਾ ਹੈ। ਇਹ ਪਹਿਲਾ ਜੀਵਨ ਹੈ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਜੀਵਨ ਤੇ ਉਹ ਹੈ ਵੀ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ, ਤਨ ਤਾਪ ਜੇ ਗੁਰੂ ਦੇ ਚਰਨੀ ਲੱਗਿਆ। ਜੇ ਤਾਂ ਆ ਗਈ ਜੀਵਨ ਵਿੱਚ ਤਬਦੀਲੀ, ਫਿਰ ਤੇ ਗੁਰਦੁਆਰੇ ਜਾਣਾ ਸਫਲ। ਤੇ ਜੇ ਤਬਦੀਲੀ ਨਹੀਂ ਆਈ ਫਿਰ ਆਪਣੇ ਆਪ ਨੂੰ ਕੋਸਣਾ, ਲੋਕਾਂ ਨੂੰ ਨਹੀਂ, ਆਪਣੇ ਆਪ ਨੂੰ ਕੋਸਣਾ ਵੀ ਮੇਰੇ ਵਿੱਚ ਕੀ ਕਮੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਇੱਕ ਬੁੱਕ ਤੇ ਮੇਰੇ ਖਿਆਲ 'ਚ ਆਪਾਂ ਲਿਖਣ ਲੱਗ ਜਾਈਏ ਨਾ ਮਨ ਦੇ ਖਿਆਲ, ਤਾਂ ਉਹ ਖਿਆਲ ਸ਼ਾਮ ਨੂੰ ਤੁਹਾਡੇ ਤੋਂ ਆਪਣੇ ਆਪ ਹੀ ਨਹੀਂ ਪੜ੍ਹੇ ਜਾਣੇ ਵੀ ਹੈ ਵੀ ਮੈਂ ਇੰਨਾ ਨੀਵਾਂ, ਮੈਂ ਇੰਨੀ ਸੋਚ ਤੇ ਮੈਂ ਇੰਨੀ ਕਰਤੂਤ ਦਾ ਮਾਲਕ, ਇਹ ਸੱਚ ਹੈ। ਤੁਸੀਂ ਆਪ ਹੀ ਨਹੀਂ ਪੜ੍ਹ ਸਕਦੇ, ਤੁਸੀਂ ਆਪ ਹੀ ਲਿਖੇ ਨੇ, ਨਹੀਂ ਪੜ੍ਹ ਸਕੋਗੇ। ਹੁਣ ਭਾਈ ਭਗੀਰਥ ਤੇ ਚਲਿਆ ਗਿਆ। ਇਧਰੋਂ ਭਾਈ ਲਹਿਣਾ ਦੁਕਾਨ ਤੇ ਬੈਠਾ। ਭਾਈ ਭਗੀਰਥ ਦੀ ਉਹ 13 ਆਨਿਆਂ ਵਾਲੀ ਗੱਲ ਭਾਈ ਲਹਿਣੇ ਨੂੰ ਅੰਦਰ ਤੀਰ ਵਾਂਗੂ ਵੱਜੀ। ਤੀਰ ਵਾਂਗੂ, ਜਿਹੜਾ ਸਮਝਣਾ ਚਾਹੇ ਉਹ ਸਮਝ ਜਾਂਦਾ, ਜਿਹੜਾ ਨਾ ਸਮਝੇ ਉਹ ਨਹੀਂ ਸਮਝ ਸਕਦਾ। ਸੋਚਿਆ ਮਨਾ, ਇਹ ਕਿਹੜੇ ਸਿੱਖ ਨੇ ਜੇ ਇਹਨਾਂ ਦਾ ਜੀਵਨ ਇੰਨਾ ਉੱਚਾ ਹੈ ਤੇ ਇਹਨਾਂ ਦਾ ਗੁਰੂ ਕਿੱਦਾਂ ਦਾ ਹੋਏਗਾ? ਜੇ ਇਹ ਇੰਨੇ ਇਮਾਨਦਾਰ ਨੇ, ਇਹਦਾ ਮਤਲਬ ਜੇ ਇਹ ਇਮਾਨਦਾਰ ਨੇ ਤੇ ਇਹ ਇਮਾਨਦਾਰੀ, ਇਹ ਧਰਮ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਸਿਖਾਇਆ, ਉਹ ਕਿੰਨਾ ਮਹਾਨ ਹੋਵੇਗਾ। ਕਾਸ਼ ਕਹਿੰਦੇ ਉਸ ਗੁਰੂ ਦੇ ਕਿਤੇ ਦਰਸ਼ਨ ਨਸੀਬ ਹੋ ਜਾਣ। ਉਸ ਗੁਰੂ ਦੇ ਰੋਜ਼ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀ ਤਾਂ ਅੰਮ੍ਰਿਤ ਵੇਲੇ, ਦੁਨੀਆ ਦਾ ਕੋਈ ਐਸਾ ਧਰਮ ਨਹੀਂ ਜਿਹੜਾ ਅੰਮ੍ਰਿਤ ਵੇਲੇ ਤੁਹਾਨੂੰ ਆਵਾਜ਼ਾਂ ਮਾਰਦਾ ਹੋਵੇ, ਖਿਮਾ ਕਰੇਗਾ। ਕੇਵਲ ਇਹੀ ਇੱਕ ਗੁਰੂ ਹੈ ਜਿਹੜਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਕੇ ਆਵਾਜ਼ਾਂ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਇੰਨੀ ਪਿਆਰ ਨਾਲ ਆਵਾਜ਼ ਤਾਂ ਮਾਲਕ ਨੌਕਰ ਨੂੰ ਵੀ ਨਹੀਂ ਮਾਰਦਾ ਵੀ ਪਿਆਰਿਆ ਕੰਮ ਤੇ ਆ ਜਾ, ਉਹ ਕਹਿੰਦਾ ਟਾਈਮ ਨਾਲ ਆ ਜੀ। ਪਰ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਕਹਿੰਦੇ ਆਓ ਜ਼ਰੂਰ, ਪਰ ਕਰਨਾ ਕੀ ਹੈ? ਗਾਵੋ ਸੱਚੀ ਬਾਣੀ। ਉਹ ਬਾਣੀ ਗਾਉਣੀ ਜਿਹੜੀ ਤੁਹਾਨੂੰ ਝੂਠ ਨਾਲੋਂ ਤੋੜ ਕੇ ਸੱਚ ਨਾਲ ਜੋੜ ਦੇ। ਕਿੰਨੇ ਪਿਆਰ ਨਾਲ। ਵੇਖੋ ਦੁਨੀਆ ਵਿੱਚ ਆਪਾਂ ਜਾਣੇ ਆ, ਕੋਈ ਵੀ ਆਫੀਸਰ ਨੇ, ਉਹਨਾਂ ਦਾ ਬਕਾਇਦਾ ਟਾਈਮ ਟੇਬਲ ਹੈ ਵੀ ਇੰਨੇ ਵਜੇ ਮਿਲੂ। ਕੇਵਲ ਇਹੀ ਗੁਰੂ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਕੇ ਸਾਡੀ ਸ਼ਾਮ ਤੱਕ ਵੇਟ ਕਰਦਾ ਕਿ ਕਿੰਨੇ ਕੁ ਆਉਂਦੇ। ਸ਼ਾਮ ਤੱਕ ਸਤਿਗੁਰੂ ਸੱਚੇ ਪਾਤਸ਼ਾਹ। ਖੈਰ ਬੇਨਤੀ ਕਰਾਂ, ਭਾਈ ਲਹਿਣਾ ਉਹਦੇ ਤੋਂ ਦੁਕਾਨ ਤੇ ਬੈਠ ਨਾ ਹੋਇਆ। ਕਹਿੰਦਾ ਮਨਾ ਦੁਕਾਨ ਕਰ ਬੰਦ ਤੇ ਚੱਲ ਉਹਨਾਂ ਪਿੱਛੇ ਜਿਨ੍ਹਾਂ ਤੋਂ ਸਿੱਖਣਾ, ਕਿਤੇ ਚਲੀ ਨਾ ਜਾਣ। ਨਗਰ ਤੋਂ ਬਾਰ-ਬਾਰ ਬੈਠੇ, ਲੰਗਰ ਪਾਣੀ ਉਹਨਾਂ ਤਿਆਰ ਕੀਤਾ। ਹੱਥ ਜੋੜ ਕੇ ਭਾਈ ਲਹਿਣਾ ਕਹਿੰਦਾ ਤੁਹਾਡਾ ਨਾਮ ਕੀ? ਉਹ ਕਹਿੰਦੇ ਮੇਰਾ ਨਾਮ ਭਾਈ ਭਗੀਰਥ। ਗੁਰੂ ਨਾਨਕ ਦੇ ਸਿੱਖ ਰਾਜੇ ਵੀ ਹੋਏ। ਜਿਹੜਾ ਰਾਜਾ ਸ਼ਿਵਨਾਗ ਸੀ ਨਾ, ਉਹ ਇੱਕ ਰਾਜਾ ਸੀ। ਜ਼ਰੂਰੀ ਨਹੀਂ, ਕਿਉਂਕਿ ਗੁਰੂ ਦੀ ਰਹਿਮਤ ਨੂੰ ਅਮੀਰੀ ਗਰੀਬੀ ਨਾਲ ਨਹੀਂ ਤੋਲਿਆ ਜਾ ਸਕਦਾ, ਇਹ ਕਿਸੇ ਤੇ ਵੀ ਕਿਰਪਾ ਹੋ ਸਕਦੀ। ਖੈਰ ਕਹਿੰਦੇ ਜਦੋਂ ਦੱਸਿਆ ਨਾਮ ਹੈ ਭਗੀਰਥ, ਤੇ ਹੱਥ ਜੋੜ ਕੇ ਕਹਿੰਦਾ ਭਾਈ ਲਹਿਣਾ, ਇਹ ਪਹਿਲਾ ਵਾਲਾ ਜੀਵਨ ਹੈ, ਅਜੇ ਆਪਾਂ ਭਾਈ ਲਹਿਣਾ ਹੀ ਕਹਿ ਰਹੇ ਹਾਂ। ਭਾਈ ਲਹਿਣਾ ਕਹਿੰਦਾ ਤੁਹਾਡਾ ਗੁਰੂ ਕੌਣ ਹੈ? ਭਗੀਰਥ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ। ਬਸ ਨਾਮ ਸੁਣ ਕੇ ਹੀ ਅੰਦਰ ਚਰਨਾਹਟ ਜੀ ਛਿੜ ਗਈ। ਔਰ ਭਾਈ ਭਗੀਰਥ ਨੂੰ ਜਦੋਂ ਪੁੱਛਿਆ ਵੀ ਕਿੱਥੇ ਰਹਿੰਦਾ,
ਤੇ ਭਗੀਰਥ ਕਹਿੰਦਾ ਕਰਤਾਰ ਦੇ ਨਾਮ ਤੇ ਰਾਵੀ ਤੋਂ ਪਾਰ ਕਰਤਾਰਪੁਰ ਵਸਾਇਆ ਉਸ ਗੁਰੂ ਨੇ, ਉੱਥੇ ਰਹਿੰਦਾ। ਕਰਤਾਰਪੁਰ ਕਰਤਾ ਵਸੈ। ਰੋਜ਼ ਆਪਾਂ ਅਰਦਾਸ ਕਰਦੇ ਆ, ਜੇ ਅਜੇ ਵੀ ਸ਼ੱਕ ਹੋਵੇ, ਰੋਜ਼ ਅਰਦਾਸ ਕਰਦੇ ਸਨ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਜਿਨ੍ਹਾਂ ਗੁਰਦੁਆਰਿਆਂ ਤੋਂ ਕੌਮ ਨੂੰ, ਪੰਥ ਨੂੰ ਵਿਛੋੜਿਆ ਤੇ ਉਹਨਾਂ ਨਾਲ ਮਿਲਾਪ ਹੋਵੇ, ਤੇ ਹੋਇਆ ਕਿ ਨਹੀਂ? ਬਿਲਕੁਲ ਹੋਇਆ। ਅਰਦਾਸ ਦੇ ਵਿੱਚ ਬੜੀ ਮਹਾਨਤਾ। ਖੈਰ ਕਹਿੰਦੇ ਜਦੋਂ ਦੱਸਿਆ ਨਾ ਵੀ ਕਰਤਾਰਪੁਰ ਦੇ ਨਾਮ ਤੇ ਕਰਤਾਰਪੁਰ ਵਸਾਇਆ ਤੇ ਉੱਥੇ ਰਹਿੰਦਾ, ਤੇ ਅੱਗੋਂ ਭਾਈ ਲਹਿਣਾ ਕਹਿਣ ਲੱਗਾ ਮੈਂ ਤਾਂ ਹਰ ਸਾਲ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੈਂ ਤਾਂ ਵੈਸ਼ਨੋ ਦੇਵੀ ਦੀ ਪੂਜਾ ਕਰਨ ਜਾਣਾ, ਤੇ ਮੈਂ ਤੇ ਕਦੀ ਧਿਆਨ ਹੀ ਨਹੀਂ ਕੀਤਾ। ਗੱਲ ਹੀ ਸਾਰੀ ਧਿਆਨ ਦੀ ਆ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗੱਲ ਹੀ ਧਿਆਨ ਦੀ। ਰੋਜ਼ ਪੜ੍ਹਦੇ ਆ, ਪਰ ਜੇ ਇਹਨਾਂ ਅਖੀਰਲੀਆਂ ਪੰਕਤੀਆਂ ਵੱਲ ਧਿਆਨ ਦੇ ਲਈਏ ਕਵਾਂਗੇ ਹੈ ਇਹਦੇ ਅਰਥ ਇਹ ਨੇ। ਸਤਿਗੁਰੂ ਜੀ ਕਹਿੰਦੇ ਗਿਆਨ, ਮੈਨੂੰ ਆਤਮਿਕ ਗਿਆਨ ਨਹੀਂ, ਆਤਮਿਕ ਗਿਆਨ ਨਾ ਹੋਣ ਕਰਕੇ ਮੇਰਾ ਧਿਆਨ ਨਹੀਂ ਜੁੜਦਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਆਤਮਿਕ ਗਿਆਨ ਨਹੀਂ, ਧਿਆਨ ਨਹੀਂ ਜੁੜਦਾ, ਤੇ ਕਰਮ ਦੇ ਅਰਥ ਨੇ ਤੇਰੀ ਕਿਰਪਾ ਨਹੀਂ ਹੁੰਦੀ ਜਿੰਨਾ ਚਿਰ ਧਿਆਨ ਨਹੀਂ ਜੁੜਦਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਅਸੀਂ ਕਿਸੇ ਦਾ ਕੋਈ ਕੰਮ ਕਰੀਏ ਤੇ ਉਹ ਸਾਡੀ ਕਦਰ ਨਾ ਕਰੇ, ਗੁੱਸਾ ਕਿੰਨਾ ਹੁੰਦਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਗੁਰੂ ਨੇ ਸਾਨੂੰ ਦੁਨੀਆ ਦੇ ਵਿੱਚ ਬਣਾ ਕੇ ਭੇਜਿਆ, ਪਰ ਸਜਣਾ ਕਦੋਂ? ਗੁਰੂ ਕੋਲ ਆ ਕੇ। ਇਸੇ ਲਈ ਗੁਰੂ ਨੇ ਖਾਲਸਾ ਪੰਥ ਸਾਜਿਆ ਸੀ। ਕਿੰਨੇ ਵੱਡੇ ਵੱਡੇ ਜੰਗਲ ਨੇ, ਪਰ ਜਿਨ੍ਹਾਂ ਜੰਗਲਾਂ ਨੂੰ ਇੱਕ ਮਾਲੀ ਤਰਤੀਬ ਦੇ ਦਿੰਦਾ ਉਹ ਬਾਗ ਬਣ ਜਾਂਦੇ। ਦਰਖਤ ਤੇ ਉਹ ਵੀ ਹੁੰਦੇ, ਪੌਦੇ ਬੂਟੇ ਉਹ ਵੀ ਹੁੰਦੇ, ਪਰ ਜੇ ਕਿਤੇ ਘਰ ਦੇ ਵਿੱਚੋਂ ਮਾਲੀ ਚਲਿਆ ਜਾਏ, ਉਹੀ ਬਗੀਚੀ ਉਹੀ ਬੂਟੇ ਤੁਹਾਨੂੰ ਜੰਗਲ ਲੱਗਦੇ ਨੇ, ਕਿਉਂਕਿ ਸਾਜਣ ਵਾਲਾ ਚਲਿਆ ਗਿਆ। ਪਰਮਾਤਮਾ ਵਾਹਿਗੁਰੂ ਨੇ ਸਾਨੂੰ ਤੁਹਾਨੂੰ ਬਣਾਇਆ, ਸਿਰਫ ਦੁਨੀਆ ਵਿੱਚ ਭੇਜਿਆ, ਤੇ ਬੰਦੇ ਨੇ ਸਜਣਾ ਗੁਰੂ ਰਾਹੀਂ, ਬੰਦੇ ਨੇ ਸਜਣਾ ਸੰਗਤ ਰਾਹੀਂ। ਖੈਰ ਬੇਨਤੀ ਕਰਾਂ, ਭਾਈ ਲਹਿਣਾ ਕਹਿੰਦਾ ਮੈਂ ਹਰ ਸਾਲ ਜਾਣਾ, ਪਰ ਮੈਂ ਤੇ ਕਦੀ ਧਿਆਨ ਹੀ ਨਹੀਂ ਕੀਤਾ। ਭਗੀਰਥ ਕਹਿੰਦਾ ਗੱਲ ਹੀ ਸਾਰੀ ਧਿਆਨ ਦੀ ਹੈ। ਬਸ ਜਿਸ ਦਿਨ ਧਿਆਨ ਹੋ ਗਿਆ, ਤੁਸੀਂ ਵੇਖੋ ਦੋ ਬੰਦੇ ਖਲੋਤੇ ਹੋਣ, ਤੀਜਾ ਵੀ ਆ ਜੇ, ਉਹ ਧਿਆਨ ਨਾ ਦੇਵੇ, ਬਾਅਦ ਚ ਪੁੱਛੋ ਵੀ ਕੀ ਗੱਲਾਂ ਕਰਦੇ ਸੀ, ਕਹੋ ਮੈਂ ਧਿਆਨ ਹੀ ਨਹੀਂ ਦਿੱਤਾ। ਦਰਅਸਲ ਬੰਦੇ ਦੇ ਮਨ ਤੇ ਅਸਰ ਹੀ ਉਦੋਂ ਹੁੰਦਾ ਜਦੋਂ ਬੰਦਾ ਧਿਆਨ ਨਾਲ ਸੁਣਦਾ। ਧਿਆਨ ਨਾਲ ਭਾਵੇਂ ਤੁਸੀਂ ਕਿਸੇ ਦੀ ਬੁਰਾਈ ਸੁਣ ਲਓ, ਤੇ ਧਿਆਨ ਦੇ ਨਾਲ ਭਾਵੇਂ ਤੁਸੀਂ ਕਿਸੇ ਦੀ ਚੰਗਿਆਈ ਸੁਣ ਲਓ, ਅਸਰ ਤੁਹਾਡੇ ਮਨ ਤੇ ਧਿਆਨ ਕਰਕੇ ਹੋਣਾ। ਤੁਹਾਨੂੰ ਕੋਈ ਵੈਸੇ ਹੀ ਕਹਿ ਦੇਵੇ ਵੀ ਫਲਾਨਾ ਬੰਦਾ ਉਹ ਠੀਕ ਨਹੀਂ, ਉਹ ਤਾਂ ਏਦਾਂ ਉਹ ਏਦਾਂ, ਨਾ ਤੁਸੀਂ ਉਹਨੂੰ ਵੇਖਿਆ, ਨਾ ਤੁਸੀਂ ਉਹਨੂੰ ਜਾਣਿਆ, ਨਾ ਤੁਸੀਂ ਮਿਲਿਆ, ਬਸ ਧਿਆਨ ਨਾਲ ਉਹਦੀ ਬੁਰਾਈ ਸੁਣ ਲਈ। ਜਦੋਂ ਤੁਹਾਡੇ ਸਾਹਮਣੇ ਆਇਆ, ਤੁਹਾਨੂੰ ਉਹੀ ਗੁੱਸਾ ਆਈ ਜਾਊਗੀ, ਇਹ ਏਦਾਂ ਦਾ ਬੰਦਾ, ਵੀ ਏਦਾਂ ਦਾ ਬੰਦਾ। ਇਹ ਹਕੀਕਤ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ ਸਭ ਤੇ ਵੱਡਾ। ਸਤਿਗੁਰ ਨਾਨਕ ਸਰੀਰ ਕਰਕੇ ਨਹੀਂ, ਸੋਚ ਕਰਕੇ ਵੱਡਾ। ਸਾਡਾ ਗੁਰੂ ਤਾਂ ਹੀ ਤੇ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਦੇ ਕੋਲ ਗਿਆ ਸੀ। ਜੇ ਸੋਚ ਕਰਕੇ ਵੱਡਾ ਨਾ ਹੁੰਦਾ ਤੇ ਅੱਜ ਦੇ ਬਾਬਿਆਂ ਵਾਂਗੂ ਸਿੱਧਾ ਮਲਕ ਭਾਗੋ ਕੋਲ ਜਾਣਾ ਸੀ। ਭਾਈ ਲਾਲੋ ਤੇ ਬੈਠਾ ਰਹਿੰਦਾ, ਬੈਠਾ ਰਹੇ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਗੁਰੂ ਨਾਨਕ ਸੋਚ ਤੇ ਬਖਸ਼ਿਸ਼ ਰਹਿਮਤਾਂ ਕਰਕੇ ਵੱਡਾ। ਜਿਨ ਕਲ ਰਾਖੀ ਮੇਰੀ। ਹੁਣ ਭਾਈ ਲਹਿਣਾ ਕਹਿੰਦਾ ਹਰ ਸਾਲ ਜਾਣਾ, ਉਹ ਕਹਿੰਦੇ ਫਿਰ ਤੂੰ ਧਿਆਨ ਹੀ ਨਹੀਂ ਕੀਤਾ। ਉਹ ਕਹਿੰਦਾ ਐਤਕੀ ਜਾਊਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਵਾਂਗਾ, ਜਿਸ ਗੁਰੂ ਨੇ ਤੁਹਾਨੂੰ ਧਰਮੀ ਬਣਾਉਣ ਦੀ ਪ੍ਰੇਰਨਾ ਦਿੱਤੀ। ਕੀ ਝਲਕ ਵੇਖੀ। ਵੇਖੋ ਜਦੋਂ ਕਿਸੇ ਸਿੱਖ ਦੇ ਉੱਪਰ ਜਾਂ ਸਰਦਾਰ ਦੇ ਉੱਪਰ ਕੋਈ ਉਂਗਲੀ ਚੁੱਕਦਾ, ਉਹ ਉਂਗਲੀ ਸਿੱਧੀ ਗੁਰੂ ਤੇ ਜਾਂਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਜਾਂਦੀ। ਜੇ ਚੰਗਿਆਈ ਹੈ ਤਾਂ ਵੀ ਮਾਨ ਗੁਰੂ ਨੂੰ ਮਿਲਣਾ, ਜੇ ਜੀਵਨ ਦੇ ਵਿੱਚ ਬੁਰਾਈ ਹੈ ਤੇ ਨਿਰਾਦਰ ਗੁਰੂ ਦਾ ਹੀ ਹੋਣਾ। ਵੀ ਐਦਾਂ ਦੇ ਹੁੰਦੇ ਗੁਰੂ ਦੇ ਸਿੱਖ। ਹੁਣ ਜੇ ਭਾਈ ਭਗੀਰਥ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ
ਦਸੀ ਹੋਈ ਉਹ ਜੁਗਤੀ ਉਹ ਬਖਸ਼ਿਸ਼ ਕਿ ਆਨੇ 13 ਬਣਦੇ ਤੇ 13 ਹੀ ਲੈ ਮੈਂ 12 ਕਿਉਂ ਲਾਵਾਂ, ਮੈਂ ਇੱਕ ਹੱਕ ਕਿਉਂ ਰੱਖਾਂ ਤੇਰਾ। ਬਸ ਉਹੀ ਅੰਦਰੋਂ ਉਹਨੂੰ ਟੁੰਬ ਗਈ। ਇਤਿਹਾਸ ਇਹ ਕਹਿੰਦਾ, ਲੰਮਾ ਪ੍ਰਸੰਗ ਹੈ ਕਾਫੀ। ਕਹਿੰਦੇ ਜਦੋਂ ਭਾਈ ਲਹਿਣਾ ਗਿਆ ਨਾ ਅਗਲੇ ਸਾਲ, ਤੇ ਜਿਹੜੀ ਵਡਿਆਈ ਗੁਰੂ ਨਾਨਕ ਦੀ ਸੁਣੀ ਸੀ, ਵੇਖੋ ਕਿਸੇ ਬਾਰੇ ਤੁਸੀਂ ਸੁਣੋ ਨਾ, ਜਦੋਂ ਤੁਹਾਡੀ ਇੱਛਾ ਹੁੰਦੀ ਹੈ ਵੀ ਉਹਨੂੰ ਮਿਲੀਏ ਵੀ ਲਾਜ਼ਮੀ। ਜੇ ਬੁਰੇ ਬੰਦੇ ਬਾਰੇ ਸੁਣੋ ਤਾਂ ਇਹ ਹੁੰਦਾ ਵੀ ਚਲੋ ਕਿਤੇ ਮਿਲਿਆ ਤੇ ਦੇਖਾਂਗੇ। ਚੰਗੇ ਬੰਦੇ ਬਾਰੇ ਜਾਂ ਚੰਗਾ ਅਸਥਾਨ ਕਹਿ ਲਓ ਜਿੱਥੋਂ ਪ੍ਰੇਰਨਾ ਮਿਲਦੀ, ਇੱਥੇ ਬੈਠੇ ਹਾਂ, ਇਤਿਹਾਸ ਸੁਣਦੇ ਆਪਣੀ ਇੱਛਾ ਹੁੰਦੀ ਕਿ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜਾਣਾ। ਆਪਣੇ ਨਿਆਣਿਆਂ ਨੂੰ ਗੋਲਡਨ ਟੈਂਪਲ ਨਾ ਕਹੋ, ਇਹ ਨਾਂ ਸਾਨੂੰ ਦਿੱਤਾ ਗਿਆ ਸਾਡੇ ਹਰਿਮੰਦਰ ਸਾਹਿਬ ਦਾ ਵਿਗਾੜਨ ਲਈ। ਗੋਲਡਨ ਟੈਂਪਲ ਨਹੀਂ ਕਦੀ ਕਹਿਣਾ। ਜੇ ਮਹਾਰਾਜਾ ਰਣਜੀਤ ਸਿੰਘ ਸੋਨਾ ਨਾਮ ਹੀ ਲਾਉਂਦਾ ਤੇ ਫਿਰ ਆਪਾਂ ਕੀ ਕਹਿੰਦੇ? ਹਰਿਮੰਦਰ ਨੇ ਤੇ ਹਰਿਮੰਦਰ ਸਾਹਿਬ ਹੀ ਰਹਿਣਾ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਕਹਿਣਾ। ਤਸਵੀਰਾਂ ਤੇ ਵੀ ਆ ਗਿਆ ਗੋਲਡਨ ਟੈਂਪਲ। ਹੁਣ ਤੇ ਵੇਖੋ ਕਿੱਦਾਂ ਦੀਆਂ ਵੀਡੀਓ ਆ ਰਹੀਆਂ, ਆ ਟਿਕਟੌਕ ਪਤਾ ਨਹੀਂ ਹੋਰ ਕੀ ਤੁਸੀਂ ਵੇਖ ਰਹੇ ਹੋ ਵੀ ਕਿੱਦਾਂ ਲੋਕ ਨੱਚ ਟੱਪ ਕੇ ਉੱਥੇ ਵੀਡੀਓ ਬਣਾ ਕੇ ਪਿੱਛੇ ਗੰਦੇ ਗਾਣੇ ਲਾ ਕੇ ਕਿੱਦਾਂ ਨਿਰਾਦਰੀ ਕਰ ਰਹੀ। ਕੋਈ ਗੁਰਮਤਿ ਦੀ ਸਿੱਖੀ ਦੀ ਗੱਲ ਕਰੇ ਤੇ ਨਾਲ ਦੀ ਨਾਲ ਫਤਵਾ ਜਾਰੀ ਹੋ ਜਾਂਦਾ। ਪਰ ਜਦੋਂ ਉੱਥੇ ਇੰਨਾ ਕੁਝ ਮੱਸਾ ਰੰਗੜ ਨੇ ਜੇ ਕੀਤੀ ਤੇ ਅਗਲਿਆਂ ਝਟਕਾ ਦਿੱਤਾ, ਤੇ ਜਿਹੜੇ ਰੋਜ਼ ਮੱਸੇ ਰੰਗੜ ਦੇ ਵਾਰਸ ਉੱਥੇ ਕਰਦੇ, ਉਦੋਂ ਆਪਾਂ ਨਹੀਂ ਕੋਈ ਫਤਵਾ ਜਾਰੀ ਕਰਦੇ। ਖੈਰ ਭਾਈ ਲਹਿਣਾ ਅਗਲੇ ਸਾਲ ਗਿਆ, ਜਦੋਂ ਵਾਪਸ ਪਰਤਿਆ ਤੇ ਨਾਲਦਿਆਂ ਨੂੰ ਕਹਿੰਦਾ ਰਾਵੀ ਤੋਂ ਪਾਰ, ਕਹਿੰਦਾ ਵੀ ਤੁਸੀਂ ਜੇ ਜਾਣਾ ਤੇ ਚੱਲ ਜਾਓ, ਮੈਂ ਤਾਂ ਦਰਸ਼ਨ ਕਰਕੇ ਆਵਾਂਗਾ। ਇਤਿਹਾਸ ਕਹਿੰਦਾ ਨਾਲ ਦੇ ਕੁਝ ਕੁ ਵਾਪਸ ਘਰ ਆ ਗਏ। ਕਈਆਂ ਦੇ ਮਨ ਵਿੱਚ ਕਿੰਤੂ ਪਰੰਤੂ ਤਰਕ ਵੀ ਹੋਈ ਵੀ ਵੈਸ਼ਨੋ ਦੇਵੀ ਦਾ ਪੁਜਾਰੀ ਤੇ ਚੱਲਿਆ ਕਿਹੜੇ ਪਾਸੇ। ਭਾਈ ਲਹਿਣੇ ਨੇ ਤਿਆਰੀ ਕੀਤੀ। ਵੇਖੋ ਕਈ ਦਫਾ ਜੋ ਆਪਾਂ ਵੇਖਦੇ ਆ ਉਹ ਹੁੰਦਾ ਨਹੀਂ, ਜੋ ਹੁੰਦਾ ਉਹ ਤੁਸੀਂ ਵੇਖ ਨਹੀਂ ਸਕਦੇ। ਜੋ ਆਪਾਂ ਵੇਖ ਰਹੇ ਹੁੰਦੇ ਆ ਨਾ ਉਹ ਨਹੀਂ ਹੁੰਦਾ, ਤੇ ਜੋ ਹੁੰਦਾ ਉਹ ਆਪਾਂ ਵੇਖ ਨਹੀਂ ਸਕਦੇ। ਭਾਈ ਲਹਿਣਾ ਗਿਆ। ਇਤਿਹਾਸ ਕਹਿੰਦਾ ਜਗਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਆਏ। ਆਪ ਪਹਿਲੋਂ ਅੱਗੋਂ ਹੀ ਤੁਰ ਪਏ ਗੁਰੂ ਨਾਨਕ ਦੇਵ ਮਹਾਰਾਜ। ਉਹਨਾਂ ਨੂੰ ਪਤਾ ਕਿ ਇਸ ਦਾਤ ਦਾ ਮਾਲਕ ਲੈਣ ਵਾਲਾ ਲਹਿਣਾ ਆ ਰਿਹਾ, ਤੇ ਜਿਹੜਾ ਅੱਗੋਂ ਲੈਣ ਆ ਰਿਹਾ ਤੇ ਦੇਣ ਵਾਲਾ ਵੀ ਅੱਗੋਂ ਹੀ ਤੁਰ ਪਿਆ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸ਼ਰਧਾ ਦੇ ਅਰਥ ਨੇ ਸਿਦਕ। ਤੁਸੀਂ ਪੜ੍ਹ ਲਿਓ ਅਰਥੇ ਦੇ। ਸ਼ਰਧਾ ਦੇ ਅਰਥ ਨੇ ਸਿਦਕ। ਅੱਜ ਸਿੱਖਾਂ ਦੀ ਸ਼ਰਧਾ ਨੂੰ ਵੀ ਲੋਕ ਕੈਸ਼ ਕਰ ਰਹੇ ਨੇ। ਕਿਵੇਂ ਕਰਿਓ? ਕੈਸ਼ ਸਮਝਦੇ ਹੋ? ਹੁਣ ਬਾਹਲਾ ਤੇ ਦੱਸਣ ਦੀ ਲੋੜ ਹੀ, ਤੁਸੀਂ ਤੇ ਬਹੁਤੇ ਪੜ੍ਹੇ ਲਿਖੇ। ਸਿੱਖਾਂ ਦੀ ਸ਼ਰਧਾ ਨੂੰ ਵੀ ਕੈਸ਼ ਕਰੀ ਜਾ ਰਹੇ ਨੇ। ਦਰਅਸਲ ਮੇਰੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਭਾਵੇਂ ਧਰਤੀ ਵੀ ਸੋਨੇ ਦੀ ਬਣ ਜੇ, ਭਾਵੇਂ ਮਹਿਲ ਵੀ ਸੋਨੇ ਦੇ ਬਣ ਜਾਣ, ਪਰ ਕਹਿੰਦੇ ਸਿੱਖ ਨੂੰ ਉਹਦੀ ਸ਼ਰਧਾ ਤੇ ਸਿਦਕ ਤੋਂ ਕੋਈ ਡਲਾ ਨਾ ਸਕੇ। ਪਰ ਜਿਹਦੇ ਉੱਪਰ ਸ਼ਰਧਾ ਹੋਵੇ ਉਹ ਗੁਰੂ ਪੂਰਾ ਹੋਣਾ ਚਾਹੀਦਾ। ਕੱਚਾ ਪਿੱਲਾ ਨਹੀਂ, ਕਾਚੇ ਗੁਰ ਤੇ ਮੁਕਤ ਨਾ ਹੋਆ। ਤੁਸੀਂ ਜੇ ਇੱਥੇ ਬੈਠੇ ਹੋ ਮੇਰੀ ਕਰਕੇ ਥੋੜੀ ਬੈਠੇ ਹੋ, ਤੁਸੀਂ ਇੱਥੇ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਕੇ, ਜਾਂ ਫਿਰ ਜਿਹੜੀ ਗੱਲ ਮੈਂ ਗੁਰੂ ਦੀ ਸੁਣਾ ਰਿਹਾ, ਸੁਣਾਉਣ ਤੋਂ ਬਾਅਦ ਇੱਥੇ ਕੋਈ ਨਹੀਂ ਕਿਸੇ ਕੋਲ ਖਲੋਂਦਾ। ਇਹਦਾ ਮਤਲਬ ਇਹ ਗੁਰੂ ਦੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ। ਜੇ ਅੱਜ ਦੁਨੀਆ ਵਿੱਚ ਵਡਿਆਈ ਹੈ ਨਾ, ਇਹ ਗੁਰੂ ਦੇ ਨਾਮ ਤੇ ਗੁਰੂ ਦੇ ਬਖਸ਼ਿਸ਼ ਕਰਕੇ ਹੈ। ਖੈਰ ਭਾਈ ਲਹਿਣਾ ਚੱਲਿਆ ਤੇ ਉਧਰੋਂ ਗੁਰੂ ਨਾਨਕ ਦੇਵ ਮਹਾਰਾਜ ਚੱਲੇ। ਇਤਿਹਾਸ ਇਹ ਕਹਿੰਦਾ ਅੱਗੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੀ ਤੇ ਚੜ੍ਹ ਕੇ ਆ ਰਹੇ ਨੇ। ਜਦੋਂ ਨੇੜੇ ਆਏ ਤੇ ਸਤਿਗੁਰੂ ਉਤਰ ਗਏ। ਭਾਈ ਲਹਿਣੇ ਨੂੰ ਕਹਿੰਦੇ ਵੀ ਆ ਜਾ, ਚੜ ਜਾ। ਪਤਾ ਕੋਈ ਨਹੀਂ, ਕਈ ਦਫਾ ਜਿਹੜੀ ਅਜਨਬੀ ਹੈ ਨਾ ਜਾਣ ਪਹਿਚਾਣ, ਇਹ ਵੀ ਬੰਦੇ ਵਿੱਚ ਬਹੁਤ ਦੂਰੀ ਬਣਾ ਕੇ ਰੱਖਦੀ ਹੈ। ਨਾ ਜਾਣ ਪਹਿਚਾਣ ਕਦੋਂ ਹੁੰਦੀ ਹੈ? ਬੰਦੇ ਦੇ ਬੋਲਾਂ ਤੋਂ। ਬੋਲਤ ਹੀ ਪਹਿਚਾਨੀਏ ਸਾਧ ਅਸਾਧ। ਸਾਧ ਮੀਨਸ ਭਾਵ ਉੱਚੀ ਅਵਸਥਾ, ਅਸਾਧ ਦੇ ਅਰਥ ਨੇ ਨੀਵੀਂ ਬਿਰਤੀ।
ਹੁਣ ਕਿਸੇ ਨੂੰ ਇੱਕ ਦੂਜੇ ਬਾਰੇ ਕੁਝ ਨਹੀਂ ਪਤਾ ਵੀ ਕੌਣ ਕਿਵੇਂ ਔਰ ਕਿੱਦਾਂ ਦਾ। ਜਦੋਂ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰਨੀ, ਤੁਹਾਨੂੰ ਗੱਲਾਂ ਬਾਤਾਂ ਤੋਂ ਹੀ ਪਤਾ ਲੱਗਣਾ ਵੀ ਇਹ ਕਿੱਥੇ ਖੜਾ ਹੈ। ਉਹ ਤੇ ਪਤਾ ਹੀ ਨਹੀਂ ਲੱਗਣਾ। ਉਂਝ ਤੇ ਆਪਾਂ ਇੱਕ ਦੂਜੇ ਨੂੰ ਦੇਖ ਰਹੇ ਹਾਂ, ਵਿਖਾਈ ਦੇ ਰਹੇ ਹਾਂ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੁਣ ਭਾਈ ਲਹਿਣਾ ਉਹਨੂੰ ਨਹੀਂ ਪਤਾ ਵੀ ਇਹੀ ਗੁਰੂ ਨਾਨਕ ਨੇ, ਪਰ ਉਹਦੇ ਅੰਦਰ ਖਿੱਚ ਬੜੀ ਹੈ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਘਰ ਅੱਗੇ ਹੈ, ਤੂੰ ਘੋੜੀ ਤੇ ਚੜ੍ਹ ਜਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਉਸ ਘੋੜੀ ਤੇ ਚੜਾਇਆ ਤੇ ਵਾਂਗ ਆਪ ਪਕੜ ਲਈ। ਵਾਂਗਾ ਉਹ ਅੱਗੋਂ ਪਕੜ ਲਈ ਤੇ ਭਾਈ ਲਹਿਣਾ ਕਹਿੰਦਾ ਕਿੱਥੇ ਆ ਗੁਰੂ ਨਾਨਕ ਦਾ ਘਰ, ਭਈ ਪੁਰਖਾ ਦੱਸ ਕਿੱਥੇ। ਤੇ ਵਿਦਵਾਨਾਂ ਨੇ ਲਿਖੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਹੈ। ਥੋੜੀ ਦੂਰ ਜਾ ਕੇ ਫਿਰ ਪੁੱਛਦੇ ਕਿੱਥੇ, ਰਾਵੀ ਦਰਿਆ ਤੋਂ ਲੈਣ ਆਏ। ਫਿਰ ਕਹਿੰਦੇ ਅੱਗੇ ਹੈ, ਅੱਗੇ ਹੈ, ਅੱਗੇ ਹੈ। ਵਾਕਈ ਗੁਰੂ ਨਾਨਕ ਦਾ ਘਰ ਅੱਗੇ ਹੀ ਹੈ, ਪਿੱਛੇ ਤੇ ਸੰਸਾਰ ਹੈ। ਜਿਹੜੀ ਬਿਰਤੀ, ਜਿਹੜੀ ਪਛੜ ਗਈ, ਉਹ ਪਸ਼ੂ ਹੈ। ਆਪਾਂ ਬੰਦੇ ਨੂੰ ਵੀ ਕਈ ਦਫਾ ਕਹਿ ਦਿੰਦੇ ਆ ਪਸ਼ੂਆਂ ਵਾਲੇ ਕੰਮ ਕਰਨਾ। ਉਹਨੇ ਕਹਿਣਾ ਮੈਂ ਹਾਂ ਤਾਂ ਬੰਦਾ, ਪੈਂਟ ਕੋਟ ਪਾਇਆ ਐਡਾ ਸੋਹਣਾ, ਵੀ ਤੂੰ ਪਸ਼ੂ। ਦਰਅਸਲ ਬਿਰਤੀ ਨੂੰ ਪਸ਼ੂ ਆਖਿਆ ਬਾਣੀ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਜਿਸ ਦਿਨ ਬਾਣੀ ਨੂੰ ਗੁਰੂ ਸਮਝ ਕੇ ਪੜ੍ਹ ਲਵਾਂਗੇ, ਸੁਣ ਲਵਾਂਗੇ, ਮੈਂ ਦਾਅਵੇ ਨਾਲ ਕਹਿਣਾ ਤੁਹਾਡੇ ਜੀਵਨ ਦੇ ਵਿੱਚ ਵਹਿਮ ਭਰਮ ਰਹਿਣਾ ਹੀ ਕੋਈ ਨਹੀਂ। ਅਜੇ ਅਸੀਂ ਬਾਣੀ ਨੂੰ ਗੁਰੂ ਸਮਝ ਕੇ ਨਾ ਪਾਠ ਕੀਤਾ ਤੇ ਨਾ ਹੀ ਅਸੀਂ ਗੁਰੂ ਸਮਝਿਆ, ਤੇ ਵਹਿਮ ਭਰਮ ਕਰਨ ਦਾ ਭਾਵ ਵੀ ਹੈ ਜੇ ਗੁਰੂ ਨੂੰ ਗੁਰੂ ਅਜੇ ਆਤਮਿਕ ਤੌਰ ਤੇ ਪੂਰਨ ਰੂਪ ਦੇ ਵਿੱਚ ਨਹੀਂ ਸਮਝਿਆ। ਨਹੀਂ ਤੇ ਸਿੱਖਾਂ ਨੂੰ ਵੇਖ ਕੇ ਲੋਕ ਹੈਰਾਨ ਹੋਣ ਵੀ ਐਦਾਂ ਦੇ ਸਿੱਖ ਹੁੰਦੇ ਵੀ ਤਾਂ ਵਹਿਮ ਭਰਮ ਹੀ ਨਹੀਂ ਕੋਈ ਕਰਦੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਦੇ ਸਾਗਰ ਕਹਿੰਦੇ ਭਾਈ ਲਹਿਣਾ ਪੁੱਛਦਾ ਕਿੱਥੇ, ਗੁਰੂ ਨਾਨਕ ਸਾਹਿਬ ਕਹਿੰਦੇ ਅੱਗੇ ਅੱਗੇ ਅੱਗੇ। ਇਹ ਸੱਚ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜਿਸ ਦੀ ਇਹ ਤੇ ਇੱਕ ਘੋੜੀ ਦੀਆਂ ਲਗਾਮਾਂ ਪਕੜੀਆਂ ਇੱਕ ਪ੍ਰਤੀਕ ਸੀ। ਦਰਅਸਲ ਜਿਸ ਸਿੱਖ ਦੀ ਸੁਰਤ ਦੀ ਲਗਾਮ ਗੁਰੂ ਨਾਨਕ ਪਕੜ ਲਏ, ਉਹਨੂੰ ਫਿਰ ਕੋਈ ਡੁਲਾ ਨਹੀਂ ਸਕਦਾ। ਬੰਦਾ ਰੋਜ਼ ਅਰਦਾਸ ਜਦੋਂ ਕਰੇ ਨਾ, ਜਦੋਂ ਮੱਥਾ ਟੇਕਣਾ, ਮੇਰੇ ਖਿਆਲ 'ਚ ਉਦੋਂ ਨੇਤਰ ਆਪਾਂ ਮੇਰੇ ਖਿਆਲ 'ਚ 20 ਸਕਿੰਟ ਜਾਂ 10 ਸਕਿੰਟ ਮੱਥਾ ਟੇਕਦੇ ਹਾਂ, ਬਹੁਤ ਹੈ ਇੰਨਾ ਹੀ। ਪਰ ਜਿਹੜੇ ਵੀ ਅਸੀਂ 5 7 10 ਸਕਿੰਟ ਐਦਾਂ ਖਲੋਣਾ ਨਾ, ਨੇਤਰ ਬੰਦ ਕਰਕੇ ਤੇ ਹਿਰਦੇ ਵਿੱਚ ਗੁਰੂ ਦਾ ਭਰੋਸਾ ਹੋਵੇ। ਕਈਆਂ ਮੈਨੂੰ ਆਖਿਆ ਜਦੋਂ ਮੱਥਾ ਟੇਕਦੇ ਨਾ, ਕਿਉਂਕਿ ਜਦੋਂ ਆਪਾਂ ਮੱਥਾ ਟੇਕਦੇ ਆਪਾਂ ਜਿਹੜਾ ਤਾਬਿਆ ਬੈਠਾ ਹੁੰਦਾ ਨਾ ਉਹਦੇ ਵੱਲ ਵੇਖਦੇ ਰਹੇ ਨੇ ਇੱਦਾਂ ਇੱਦਾਂ ਕਰਕੇ। ਬਾਅਦ ਜਾ ਕੇ ਕਹਿੰਦੇ ਉਹ ਭਾਈ ਤੁਹਾਡਾ ਇੱਧਰ ਉੱਧਰ ਝਾਕੀ ਜਾਂਦਾ। ਜੇ ਭਾਈ ਪੁੱਛ ਲਵੇ ਤੂੰ ਕੀ ਕਰਦਾ ਸੀ, ਜੇ ਮੈਂ ਪੁੱਛਣਾ ਵੀ ਤੂੰ ਉੱਥੇ ਕਰਦਾ ਸੀ, ਉਹਨੇ ਕਿਹੜਾ ਮੱਥਾ ਟੇਕਦਾ ਸੀ। ਫਿਰ ਮੈਂ ਕਹੂੰ ਤੈਨੂੰ ਕਿੱਦਾਂ ਪਤਾ ਲੱਗ ਗਿਆ ਮੈਂ ਇੱਧਰ ਉੱਧਰ ਝਾਕਦਾ, ਫਿਰ ਜਵਾਬ ਕੋਈ ਨਹੀਂ। ਇਸ ਲਈ ਜਦੋਂ ਮੱਥਾ ਟੇਕਣਾ ਗੁਰੂ ਨੂੰ ਨੇਤਰ ਬੰਦ ਕਰਕੇ ਭਾਵੇਂ 2 ਸਕਿੰਟ ਹੀ ਟੇਕੋ, ਪਰ ਉਦੋਂ ਤੁਹਾਡੀ ਸੁਰਤ ਵਿੱਚ ਸਿਰਫ ਗੁਰੂ ਹੀ ਹੋਣਾ ਚਾਹੀਦਾ। ਉਦੋਂ ਕਿਸੇ ਦਾ ਔਗਣ ਨਹੀਂ। ਜੇ ਕੋਈ ਤਾਬਿਆ ਬੈਠਾ ਇੱਧਰ ਉੱਧਰ ਵੇਖ ਰਿਹਾ ਤੇ ਸੰਗਤ ਹੀ ਹੈ ਨਾ ਸਾਰੀ। ਤੁਸੀਂ ਸਾਡੀਆਂ ਭੈਣਾਂ, ਮਾਤਾਵਾਂ, ਬਜ਼ੁਰਗ, ਪਿਓ ਸਾਰੇ। ਹੁਣ ਉਹ ਮੰਜੀ ਸਾਹਿਬ ਦੇ ਥੱਲੇ ਵੜ ਜੇ ਵੀ ਚੌਰ ਕਰਨ ਵਾਲਾ ਵਿਚਾਰਾ, ਹਕੀਕਤ ਹੈ ਇਹ। ਹੁਣ ਮੰਜੀ ਸਾਹਿਬ ਦੇ ਥੱਲੇ ਤਾਂ ਨਹੀਂ ਨਾ ਵੜ ਸਕਦਾ। ਜਿਹੜਾ ਚੌਰ ਸਾਹਿਬ ਕਰ ਰਿਹਾ ਉਹਨੇ ਚੌਰ ਸਾਹਿਬ ਕਰਨਾ। ਮੇਰੇ ਕਹਿਣ ਤੋਂ ਭਾਵ ਅਸੀਂ ਛੋਟੀਆਂ ਛੋਟੀਆਂ ਕਮੀਆਂ ਨੋਟ ਕਰਕੇ ਅਸੀਂ ਆਪਣਾ ਮੱਥਾ ਟੇਕਣ ਵਾਲਾ ਸਮਾਂ ਵੀ ਖਰਾਬ ਕਰ ਲੈਂਦੇ। ਹਕੀਕਤ ਹੈ, ਮੇਰੇ ਨਾਲ ਵਾਪਰੀਆਂ ਜੋ ਗੱਲਾਂ ਮੈਂ ਤਾਂ ਦੱਸਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਅੱਗੇ ਅੱਗੇ। ਇਤਿਹਾਸਕਾਰ ਕਹਿੰਦੇ 7 ਵਾਰੀ ਐਦਾਂ ਹੋਇਆ। ਭਾਈ ਲਹਿਣੇ ਨੂੰ ਕਹਿੰਦੇ ਵੀ ਤੂੰ ਇੱਥੇ ਖਲੋ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਗਏ, ਦਰਬਾਰ ਸਜਿਆ, ਬੈਠ ਗਏ, ਸਜ ਗਏ। ਤੇ ਭਾਈ ਲਹਿਣਾ ਕੁਝ ਕੁ ਸਮਾਂ ਵੇਟ ਉਡੀਕ ਕਰਕੇ ਦਰਬਾਰ ਵਿੱਚ ਗਿਆ। ਕੀ ਦੇਖਿਆ? ਇਹ ਤੇ ਉਹੀ ਨੇ ਜਿਹੜੇ ਆਪ ਲਗਾਮ ਪਕੜ ਕੇ ਲਿਆਏ ਤੇ ਮੈਂ ਘੋੜੀ ਤੇ ਚੜਿਆ। ਇਹ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਜੇ। ਮੇਰੇ ਤੋਂ ਤਾਂ ਬਹੁਤ ਵੱਡਾ ਪਾਪ ਹੋ ਗਿਆ। ਇਹ ਤੇ ਮੈਂ ਬਹੁਤ ਵੱਡੀ ਗਲਤੀ ਕੀਤੀ। ਮੈਂ ਘੋੜੀ ਤੇ ਚੜ ਕੇ ਆਇਆ। ਇਤਿਹਾਸ ਕਹਿੰਦਾ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਲੈਣਾ ਹੋਵੇ ਨਾ ਉਹ ਘੋੜੀਆਂ ਤੇ ਚੜ ਕੇ ਆਉਂਦੇ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ
ਤੇ ਫਿਰ ਭਾਈ ਲੈਣਾ ਨਹੀਂ ਰਿਹਾ। ਭਾਈ ਲੈਣੇ ਨੇ ਉਹ ਲੈ ਲਿਆ ਜਿਹੜਾ ਸ੍ਰੀ ਚੰਦ ਤੇ ਲਖਮੀ ਦਾਸ ਵੀ ਨਹੀਂ ਲੈ ਸਕੇ। ਉਹਨਾਂ ਦੇ ਅੰਦਰ ਹੰਕਾਰ ਹੀ ਰਿਹਾ ਕਿ ਅਸੀਂ ਪੁੱਤਰ ਹਾਂ। ਇੱਥੋਂ ਤੱਕ ਵੀ ਸ੍ਰੀ ਚੰਦ ਤੇ ਲਖਮੀ ਦਾਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਰਹੇ ਕਿ ਤੁਸੀਂ ਬਜ਼ੁਰਗ ਹੋ ਗਏ ਹੋ। ਇਤਿਹਾਸ ਵਿੱਚ ਲਿਖਿਆ, ਇੱਕ ਇਤਿਹਾਸ ਦਾ ਪ੍ਰਤੀਕ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਟਾ ਜਿਹੜਾ ਸੀ ਨਾ, ਸੰਗਤ ਕਹਿੰਦੀ ਸੀ ਵੀ ਇਹ ਗੱਦੀ ਭਾਈ ਲਹਿਣੇ ਨੂੰ ਮਿਲਣੀ। ਬਹੁਤਿਆਂ ਦੀ ਇੱਛਾ, ਜਿਨ੍ਹਾਂ ਨੂੰ ਨਹੀਂ ਸੀ ਪਤਾ ਵੀ ਇਹ ਸੇਵਾ ਕਰਕੇ ਮਿਲਦੀ, ਕਈ ਪਿਤਾ ਪੁਰਖੀ ਜਾਣ ਲੈਂਦੇ, ਉਹਨਾਂ ਸਮਝਿਆ ਵੀ ਇਹ ਪਿਤਾ ਪੁਰਖੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੱਥ ਵਿੱਚ ਪਕੜਿਆ, ਲੋਟਾ ਹੀ ਚਿੱਕੜ ਵਿੱਚ ਸੁੱਟਿਆ। ਭਾਈ ਲਹਿਣਾ ਵੀ ਖਲੋਤਾ, ਦੋਵੇਂ ਪੁੱਤਰ ਵੀ ਖਲੋਤੇ, ਆਲੇ ਦੁਆਲੇ ਸੰਗਤ ਵੀ ਖਲੋਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਸ੍ਰੀ ਚੰਦ ਪੁੱਤਰ ਲੋਟਾ ਡਿੱਗ ਪਿਆ ਹੱਥੋਂ, ਕਹਿੰਦਾ ਬਾਪੂ ਸਾਡੇ ਸਾਹਮਣੇ ਤਾਂ ਸਿੱਟਿਆ ਤੇ ਹੁਣ ਤੂੰ ਕਹਿਣਾ ਵੀ ਚਿੱਕੜ ਚੋਂ ਕੱਢ ਲਿਆ। ਤੇ ਮੈਂ ਗੁਰੂ ਨਾਨਕ ਦਾ ਪੁੱਤਰ ਹੋਵਾਂ ਤੇ ਚਿੱਕੜ ਵਿੱਚੋਂ ਲੋਟੇ ਕੱਢਾਂ ਤੇ ਮੇਰੇ ਹੱਥ ਲਿਬੜ ਜਾਣਗੇ। ਵੈਸੇ ਆਪਾਂ ਕਈ ਦਫਾ ਇਹ ਲਫ਼ਜ਼ ਵਰਤ ਦਿੰਦੇ ਆ ਵੀ ਸ੍ਰੀ ਚੰਦ ਕਹਿੰਦਾ ਕੱਪੜੇ ਲਿਬੜ ਜਾਣਗੇ। ਵੈਸੇ ਸ੍ਰੀ ਚੰਦ ਨੇ ਸਾਰੀ ਜ਼ਿੰਦਗੀ ਕੱਪੜੇ ਪਾਏ ਹੋਏ, ਉਹਨਾਂ ਨੂੰ ਲੰਗੋਟੀ ਹੋਈ ਰੱਖੀ ਸਾਰੀ ਜ਼ਿੰਦਗੀ, ਕੱਪੜੇ ਨਹੀਂ ਲਿਬੜੇ। ਹੱਥ ਕਹਿ ਸਕਦੇ ਆ, ਖੈਰ, ਕਿਉਂਕਿ ਕੋਈ ਸਵਾਲ ਕਰ ਸਕਦਾ ਵੀ ਫੋਟੋ ਸ੍ਰੀ ਚੰਦ ਦੀ ਦੇਖ ਲਓ ਸਿੱਖੋ, ਤੁਸੀਂ ਕਹਿੰਦੇ ਵੀ ਕੱਪੜੇ ਲਿਬੜ ਜਾਣ। ਉਹਨਾਂ ਜਵਾਬ ਹੀ ਦਿੱਤਾ, ਉਹ ਕਹਿੰਦੇ ਨਹੀਂ ਮੇਰੇ ਹੱਥ ਲਿਬੜ ਜਾਣਗੇ ਚਿੱਕੜ ਨਾਲ, ਮੈਂ ਕਿਉਂ। ਤੇ ਇਹੀ ਜਵਾਬ ਕਹਿੰਦੇ ਅੱਗੋਂ ਲਖਮੀ ਦਾਸ ਨੇ, ਦੋਵਾਂ ਨੇ ਸੇਮ ਜਵਾਬ ਦਿੱਤਾ। ਕਿਉਂਕਿ ਮਾਣ ਸੀ, ਖੂਨ ਦੇ ਰਿਸ਼ਤੇ ਦਾ ਵੀ ਮਾਣ ਹੋ ਜਾਂਦਾ, ਪਿਤਾ ਪੁੱਤਰ ਦੇ ਰਿਸ਼ਤੇ ਦਾ ਵੀ, ਪਦਾਰਥਾਂ ਦਾ ਵੀ। ਹੁਣ ਵੇਖੋ ਜੋ ਇਤਿਹਾਸ ਵਿੱਚ ਲਿਖਿਆ, ਜੇ ਮੈਂ ਨਹੀਂ ਸੁਣਾਵਾਂਗਾ, ਸੰਗਤ ਤਾਂ ਸੁਣਨ ਵਾਸਤੇ ਤਿਆਰ ਹੁੰਦੀ ਹੈ, ਕੋਈ ਨਹੀਂ ਨਾਰਾਜ਼ ਹੁੰਦਾ, ਮੈਨੂੰ ਨਹੀਂ ਲੱਗਦਾ। ਜਿਹਨੇ ਨਾਰਾਜ਼ ਹੋ ਜਾਣਾ ਨਾ, ਉਹ ਬਹਿੰਦਾ ਹੀ ਨਹੀਂ ਦਰਬਾਰ 'ਚ, ਉਹ ਕਹਿੰਦਾ ਹੁਣ ਇਹ ਲੱਗ ਗਿਆ ਤੇ ਆਪਾਂ ਚਲੋ ਚੱਲੀਏ। ਇੱਥੇ ਨਾਰਾਜ਼ਗੀ ਵਾਲੇ ਨਹੀਂ, ਇੱਥੇ ਸਾਰੇ ਤੁਸੀਂ ਪਿਆਰ ਵਾਲੇ ਬੈਠੇ ਹੋ। ਨਿੱਜੀ ਨਾਰਾਜ਼ਗੀ ਵੱਖਰੀ ਗੱਲ ਹੈ। ਅੱਗੋਂ ਜਦੋਂ ਭਾਈ ਲਹਿਣੇ ਵਾਲੇ ਇਸ਼ਾਰਾ ਹੀ ਕੀਤਾ ਸੀ, ਕਿਉਂਕਿ ਜਿਹਦੇ ਨਾਲ ਮੁਹੱਬਤ ਪਿਆਰ ਹੋਵੇ ਨਾ, ਜਿਹੜੀ ਮਾਂ ਨਾ, ਮਾਂ ਉਹ ਨਿਆਣੇ ਦਾ ਇਸ਼ਾਰਾ ਹੀ ਸਮਝ ਲੈਂਦੀ। ਜਦੋਂ ਏਦਾਂ ਗੋਦ ਵਿੱਚ ਹੁੰਦਾ ਨਾ, ਹੱਥ ਮਾਰਦਾ ਏਦਾਂ ਕਰਕੇ ਪੈਰ, ਉਹਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਭੁੱਖ ਲੱਗੀ ਤੇ ਕੁਝ ਨਾ ਕੁਝ ਮੰਗਦਾ, ਕਿਉਂਕਿ ਪਿਆਰ ਦੀ ਅੰਦਰ ਖਿੱਚ ਹੁੰਦੀ ਹੈ। ਸ੍ਰੀ ਚੰਦ ਲਖਮੀ ਦਾਸ ਨੂੰ ਆਖਿਆ, ਉਹ ਤਾਂ ਵੀ ਨਹੀਂ ਮੰਨੇ। ਭਾਈ ਲਹਿਣੇ ਵੱਲ ਨੇਤਰੀ ਕੀਤੇ ਨਾਨਕ ਨਦਰੀ, ਨਦਰ ਨਿਹਾਲ, ਐਵੇਂ ਨਹੀਂ ਬਾਣੀ ਵਿੱਚ ਲਿਖਿਆ, ਇਹ ਵਾਪਰੀ ਗੱਲ ਹੈ, ਇਤਿਹਾਸਕ। ਇਤਿਹਾਸ ਦੇ ਅਰਥ ਨੇ ਇਤ ਪਲੱਸ ਹਾਸਕ, ਵਾਪਰੀ ਹੋਈ ਘਟਨਾ। ਇਸ਼ਾਰਾ ਹੀ ਕੀਤਾ ਤੇ ਭਾਈ ਲਹਿਣੇ ਨੇ ਨਹੀਂ ਦੇਖਿਆ ਵੀ ਸੋਹਣੇ ਬਸਤਰ ਪੁਸ਼ਾਕ ਪਾਈ, ਛਾਲ ਮਾਰੀ, ਲੋਟਾ ਕੱਢ ਲਿਆਂਦਾ। ਗੱਲ ਲੋਟੇ ਦੀ ਨਹੀਂ ਸੀ, ਗੱਲ ਸੀ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀ ਹੈ। ਵੀ ਉਹਦੇ ਜੀਵਨ ਦਾ ਪਾਰ ਉਤਾਰਾ, ਕਿਰਪਾ ਹੀ ਉਹਦੇ ਤੇ ਹੋਣੀ ਜਿਹਨੇ ਗੁਰੂ ਦਾ ਬਚਨ ਮੰਨਣਾ। ਸ੍ਰੀ ਚੰਦ ਲਖਮੀ ਦਾਸ ਇਸ ਬਖਸ਼ਿਸ਼ ਤੋਂ ਵਾਂਝੇ ਰਹੇ ਤੇ ਭਾਈ ਲਹਿਣਾ ਨਾਮ ਵੀ ਲੈਣਾ ਤੇ ਉਹਨੇ ਲੈ ਵੀ ਲਿਆ। ਜੇ ਅੰਦਰ ਲੈਣ ਦੀ ਇੱਛਾ ਹੋਵੇ ਨਾ, ਕੋਈ ਵੀ ਦੁਨੀਆ ਦਾ ਕੰਮ ਕਰਨ ਤੇ ਸਿੱਖਣ ਦੀ ਇੱਛਾ ਹੋਵੇ, ਬੰਦਾ ਸਿੱਖ ਜਾਂਦਾ। ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਹਿੰਦੀ ਵੀ ਨਹੀਂ ਸੀ ਨਾ ਬੋਲਣੀ ਆਉਂਦੀ, ਉਹ ਬੀਬੀਆਂ ਇੱਥੇ ਅੰਗਰੇਜ਼ੀ ਬੋਲਣ ਲੱਗ ਪਈਆਂ, ਕਿਉਂਕਿ ਜਦੋਂ ਲੋੜ ਹੁੰਦੀ ਨਾ ਵੀ ਇਹ ਤੋਂ ਬਿਨਾਂ ਕੰਮ ਨਹੀਂ ਚੱਲਣਾ। ਜਿਹਨੇ ਕਦੇ ਇੰਡੀਆ ਸਾਈਕਲ ਵੀ ਨਹੀਂ ਚਲਾਇਆ, ਉਹ ਬੀਬੀਆਂ ਇੱਥੇ ਗੱਡੀਆਂ ਚਲਾਉਂਦੀਆਂ, ਚਾਬੀ ਫੜ ਕੇ ਗੱਡੀ ਦੀ ਹੱਥ ਵਿੱਚ ਐਦਾਂ ਆਉਂਦੀਆਂ ਘਰ ਨੂੰ। ਕਿਉਂ? ਕਿਉਂਕਿ ਜਿਸ ਚੀਜ਼ ਬਿਨਾਂ ਨਹੀਂ ਸਰਦਾ, ਇਹਨੂੰ ਸਿੱਖਣਾ ਹੀ ਪੈਣਾ, ਬੰਦਾ ਸਿੱਖ ਜਾਂਦਾ। ਬਾਣੀ ਬੜੀ ਔਖੀ ਜੀ, ਕਿਉਂ? ਕਿਉਂਕਿ ਇਹ ਤੋਂ ਬਿਨਾਂ ਸਰੀ ਜਾਂਦਾ ਜੀ। ਤਾਂ ਕਰਕੇ ਬੰਦਾ ਸਿੱਖਣਾ ਤੇ ਬੰਦਾ ਇਉਂ ਕਹਿ ਲਓ ਸੁਣਨਾ ਨਹੀਂ ਚਾਹੁੰਦਾ। ਜਿਸ ਦਿਨ ਇਹਦੀ ਲੋੜ ਪਈ ਵੀ ਇਹ ਤੋਂ ਬਿਨਾਂ ਜੀਵਨ ਵਿੱਚ ਤਬਦੀਲੀ ਨਹੀਂ ਆਉਣੀ, ਮੇਰੇ ਖਿਆਲ 'ਚ ਉਸੇ ਦਿਨ ਹੀ ਆਪਾਂ ਬਾਣੀ ਨੂੰ ਸਿੱਖ ਲਵਾਂਗੇ, ਗੁਰੂ ਦੀ ਰਹਿਮਤ ਹੋ ਜਾਣੀ। ਤਾਂ ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ, ਇਸ ਲਈ ਮੈਂ ਬਹੁਤਾ ਧਿਆਨ ਇਤਿਹਾਸਕ ਪੱਖ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਵੀ ਪ੍ਰਕਾਸ਼ ਪੁਰਬ ਹੈ। 1 ਅਪ੍ਰੈਲ 1621 ਤੇ 5 ਵਿਸਾਖ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਮਾਤ ਨਾਨਕੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ
ਗੁਰੂ ਕੇ ਮਹਿਲ ਅੰਮ੍ਰਿਤਸਰ ਦੀ ਧਰਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ 5 ਪੁੱਤਰ ਨੇ, ਬਾਬਾ ਗੁਰਦਿੱਤਾ, ਬਾਬਾ ਸੂਰਜਮਲ, ਅਣੀ ਰਾਏ, ਅਟਲ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 5ਵੇਂ ਨੇ ਤੇ 6ਵੀਂ ਹੈ ਪੁੱਤਰੀ ਬੀਬੀ ਵੀਰੋ। ਖੈਰ ਜਦੋਂ 5ਵੇਂ ਪੁੱਤਰ ਦਾ ਜਨਮ ਪ੍ਰਕਾਸ਼ ਹੋਇਆ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ, ਇਤਿਹਾਸ ਕਹਿੰਦਾ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਮੇਰੇ ਖਿਆਲ 'ਚ ਘਰ ਦੇ ਵਿੱਚ ਬਹੁਤ ਯਾਨੀ ਇੱਕ ਅੱਧੀ ਬੁੱਕ ਤੇ ਕਿਸੇ ਗੁਰੂ ਦੇ ਇਤਿਹਾਸ ਦੀ ਜ਼ਰੂਰ ਹੋਣੀ ਚਾਹੀਦੀ ਹੈ। ਇਹ ਤੇ ਮੈਂ ਬਹਾਨਾ ਜੀ, ਇਹ ਬੇਅਦਬੀ ਹੁੰਦੀ ਜੀ, ਘਰੇ ਰੱਖੀ ਨਹੀਂ ਜਾਂਦੀ। ਦਰਅਸਲ ਅਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ। ਜਿਸ ਘਰ ਦੇ ਵਿੱਚ ਨਿਤਨੇਮ ਦੇ ਗੁਟਕੇ ਤੇ ਬਾਣੀ ਲਈ ਜਗ੍ਹਾ ਨਹੀਂ, ਜਿਸ ਗੁਰੂ ਨੇ 10 ਜਾਂ 8 ਲੱਖ ਦਾ ਘਰ ਦਿੱਤਾ, ਉਸ ਗੁਰੂ ਦੀ ਬਾਣੀ ਦੇ ਲਈ ਇੰਨੀ ਕੁ ਜਗ੍ਹਾ ਨਹੀਂ ਤੇਰੇ ਕੋਲ ਘਰੇ ਵੀ ਜਿੱਥੇ ਪੋਥੀ ਪਈ ਰਵੇ, ਬਾਣੀ ਪਈ ਰਵੇ। ਨਹੀਂ ਬਾਬਾ ਜੀ, ਬਾਪੂ ਪੜਦਾ ਹੁੰਦਾ ਸੀ, ਹੁਣ ਨਹੀਂ ਕੋਈ ਪੜਦਾ। ਕਿਵੇਂ ਕਰਿਓ, ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਘਰ ਵਿੱਚ ਪਈ ਹੈ ਨਾ, ਉਹਨੂੰ ਉੱਥੇ ਮੱਥਾ ਟੇਕ ਲਿਆ ਜਾਂ ਪੜ੍ਹ ਲਿਆ ਤੇ ਫਿਰ ਵੀ ਗੁਰੂ ਦੀ ਰਹਿਮਤ ਹੈ, ਗੁਰੂ ਦੀ ਬਖਸ਼ਿਸ਼। ਖੈਰ ਕਹਿੰਦੇ ਜਿਸ ਸਮੇਂ ਆਸਾ ਜੀ ਦੀ ਵਾਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਨ ਹੋ ਰਿਹਾ ਆਸਾ ਜੀ ਦੀ ਵਾਰ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ, ਪ੍ਰਿੰਸੀਪਲ ਸਤਬੀਰ ਸਿੰਘ ਇਤ ਜਿਨ ਕਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਉਹਨਾਂ ਨੇ ਪੂਰੀ ਬੁੱਕ ਲਿਖੀ। ਉਹਦੇ ਵਿੱਚ ਲਿਖਦੇ ਨੇ ਜਦੋਂ ਸਤਿਗੁਰਾਂ ਨੂੰ ਖਬਰ ਪਹੁੰਚੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਸਾ ਜੀ ਦੀ ਵਾਰ ਦਾ ਭੋਗ ਪਿਆ, ਸੰਪੂਰਨਤਾ ਹੋਈ, ਸਤਿਗੁਰੂ ਜੀ ਚੱਲ ਕੇ ਆਏ। ਆ ਕੇ ਜਦੋਂ ਦਰਸ਼ਨ ਕੀਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਬਹਾਦਰ ਬਿਧੀ ਚੰਦ ਪੁੱਛਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਤਰ 4 ਪਹਿਲਾਂ ਵੀ ਹੋਏ, ਸੂਰਜਮਲ, ਅਣੀ ਰਾਏ, ਅਟਲ ਰਾਏ, ਬਾਬਾ ਗੁਰਦਿੱਤਾ, ਪਰ ਇਹ ਤੇਗ ਬਹਾਦਰ ਜਿਹੜਾ ਛੋਟਾ 5ਵਾਂ ਪੁੱਤਰ ਹੈ, ਅਜੇ ਨਾਮ ਨਹੀਂ ਰੱਖਿਆ ਵੀ ਇਹਨੂੰ ਤੁਸੀਂ ਮੱਥਾ ਟੇਕ ਰਹੇ ਹੋ, ਇਹਦੀ ਵਜ੍ਹਾ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੀਨ ਰਚ ਸੰਕਟ ਹਰੈ। ਇਹ ਐਸਾ ਹੈ ਬਾਲਕ ਜਿਹੜਾ ਗਰੀਬਾਂ ਦੀ ਬਾਹ ਪਕੜਨ ਵਾਲਾ ਹੋਵੇਗਾ, ਜਿਹੜਾ ਆਪਣੇ ਤਨ ਦਾ ਠੀਕਰਾ ਭੰਨ ਕੇ ਪਤਾ ਨਹੀਂ ਕਿੰਨਿਆਂ ਕਦੇ ਤਨ ਬਚਾਉਣ ਵਾਲਾ ਇਹ ਧਰਮੀ ਪੁਰਸ਼ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ, ਉਹਨਾਂ ਦੇ ਜੀਵਨ ਦੇ ਵਿੱਚ ਤਿਆਗ ਹੈ, ਉਹਨਾਂ ਦੇ ਜੀਵਨ ਵਿੱਚ ਵਿਰਾਗ ਹੈ, ਉਹਨਾਂ ਦੇ ਜੀਵਨ ਦੇ ਵਿੱਚ ਅਨੁਰਾਗ, ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ। ਤਿਆਗ ਕਾਹਦਾ ਸੀ ਉਹਨਾਂ ਦੇ ਜੀਵਨ ਦੇ ਵਿੱਚ? ਸੰਸਾਰ ਦਾ ਤਿਆਗ ਨਹੀਂ, ਸਿੱਖੀ ਸੰਸਾਰ ਦਾ, ਪਰਿਵਾਰ ਦਾ, ਬੱਚਿਆਂ ਦਾ, ਕੰਮਾਂ ਕਾਰਾਂ ਦਾ ਤਿਆਗ ਤੇ ਸਿੱਖੀ ਸਿਖਾਉਂਦੀ ਕੋਈ ਨਹੀਂ। ਜੇ ਸਿਖਾਉਂਦੀ ਹੁੰਦੀ ਤੇ ਭਾਈ ਲਹਿਣਾ ਕਿਉਂ ਦੁਕਾਨ ਪਾ ਕੇ ਬਹਿੰਦਾ? ਗੁਰੂ ਨਾਨਕ ਦੇਵ ਮਹਾਰਾਜ ਕਿਉਂ ਕਿਰਤ ਕਰਦੇ? ਦਰਅਸਲ ਤਿਆਗ ਵਿਸ਼ੇ ਵਿਕਾਰਾਂ ਦਾ ਤਿਆਗ, ਅਨੁਰਾਗ ਉਹ ਪ੍ਰੇਮ ਦੇ ਨਾਲ ਭਰੇ ਨੇ ਤੇ ਉਹ ਅੰਦਰੋਂ ਵਿਰਾਗ ਸੰਸਾਰ ਦਾ ਨਹੀਂ, ਵਿਰਾਗ ਹੈ ਅੰਦਰੋਂ ਆਪਣੇ ਗੁਰੂ ਦੇ ਪ੍ਰਤੀ ਕਿ ਉਹ ਗੁਰੂ ਕਿੰਨਾ ਮਹਾਨ ਹੈ ਜਿਸ ਮਾਲਕ ਨੇ ਦੁਨੀਆ ਵਿੱਚ ਭੇਜਿਆ। ਆਓ ਉਸੇ ਗੁਰੂ ਦੇ ਸ਼ਬਦ ਨੂੰ, ਸਮਾਂ ਆਪਣੇ ਕੋਲ 10 ਮਿੰਟ ਬਾਕੀ ਨੇ, ਆਓ ਸ਼ਬਦੀ ਵਿਚਾਰ ਵੱਲ ਧਿਆਨ ਦੇਈਏ। ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਮਾਲਕ ਇੱਕ ਹੈ, ਉਹ ਸਤ ਚੇਤਨ ਆਨੰਦ ਸਰੂਪ ਹੈ, ਉਹ ਸਦੀਵੀ ਹੈ, ਉਹ ਨਿਚਲ ਹੈ। ਸਤ ਉਹ ਸਦੀਵੀ ਹੈ, ਉਹ ਕਦੀ ਨਾਸ ਨਹੀਂ ਹੁੰਦਾ। ਆਪਾਂ ਨਹੀਂ ਸੀ, ਉਹ ਉਦੋਂ ਵੀ ਸੀ। ਆਪਾਂ ਹਾਂ ਵਾਹਿਗੁਰੂ ਹੁਣ ਵੀ ਹੈ, ਅਸੀਂ ਨਹੀਂ ਹੋਵਾਂਗੇ ਉਹ ਤਾਂ ਵੀ ਹੈ। ਕਹਿੰਦੇ ਵਾਹਿਗੁਰੂ ਦਿਸਦਾ ਹੀ ਨਹੀਂ, ਫਿਰ ਮੰਨਣਾ ਕੀ? ਸਿਰ ਵਿੱਚ ਦਰਦ ਹੋ ਰਿਹਾ ਹੈ, ਡਾਕਟਰ ਨੂੰ ਕਹੀਏ ਜਾ ਕੇ ਸਿਰ ਬਹੁਤ ਪੀੜ ਹੁੰਦਾ, ਤੇ ਜੇ ਅੱਗੋਂ ਕਦੇ ਵਿਖਾ ਕਿੱਥੇ ਪੀੜ ਹੁੰਦਾ, ਉਹ ਆਪਾਂ ਕਹਾਂ ਨਹੀਂ ਇੱਥੋਂ ਪੀੜ, ਉਹ ਕੋਈ ਨਹੀਂ ਤੂੰ ਰੰਗ ਦੱਸ ਕਿੱਦਾਂ ਦਾ, ਵੀ ਫਿਰ ਮੈਂ ਉਦਾਂ ਦੀ ਤੈਨੂੰ ਗੋਲੀ ਦੇਵਾਂ। ਕਹਾਂਗੇ ਨਹੀਂ ਮੇਰੀ ਜਾਨ ਨਿਕਲਦੀ, ਤੂੰ ਰੰਗ ਪੁੱਛਾ। ਜੇ ਦਰਦ ਨੂੰ ਮਹਿਸੂਸ ਕਰ ਸਕਦੇ ਆ ਫਿਰ ਪਰਮਾਤਮਾ ਨੂੰ ਕਿਉਂ ਨਹੀਂ? ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਮਹੱਲਾ 9ਵਾਂ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਬਦ ਗੌੜੀ ਰਾਗ ਵਿੱਚ 12 ਗੌੜੀਆਂ ਨੇ। ਗੌੜੀ ਗਵਾਰੇ ਦੀ, ਗੌੜੀ ਬੈਰਾਗਨ, ਗੌੜੀ ਮਾਲਵਾ ਤੇ ਗੌੜੀ।
ਕਾਫੀ 12 ਗੌੜੀਆਂ ਵਿਦਵਾਨਾਂ ਨੇ ਲਿਖੀਆਂ ਨੇ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗੋ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਧੋ ਦੇ ਅਰਥ ਨੇ ਸੰਤ ਜਨੋ, ਸਾਧੋ ਦੇ ਅਰਥ ਨੇ ਐ ਮਨੁੱਖ, ਐ ਦੁਨੀਆ ਦੇ ਲੋਗੋ। ਜੇ ਤਿਆਗਣਾ ਤੇ ਮਨ ਦਾ ਮਾਨ ਤਿਆਗ, ਪਰਿਵਾਰ ਕਾਹਦੇ ਲਈ ਤਿਆਗਦਾ ਹੈ? ਸੰਸਾਰ ਨਹੀਂ ਤਿਆਗਣਾ, ਕਾਰੋਬਾਰ ਦੁਨੀਆ ਦੇ ਪਦਾਰਥਾਂ ਦੇ ਵਿੱਚ ਰਹਿਣਾ। ਮਾਇਆ ਤਿਆਗਣ ਦੀ ਤਾਂ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਤੇ ਵੀ ਨਹੀਂ ਲਿਖੀ, ਮਾਇਆ ਤਿਆਗਣ ਦੀ। ਉਹ ਮਹਾਂਪੁਰਸ਼ ਜੀ ਉਦੋਂ ਜਦੋਂ ਕਥਾ ਕਰਦੇ ਸੰਗਤ ਨੂੰ ਕਹਿੰਦੇ ਵੀ ਪੈਸੇ ਨਾ ਦਿਓ, ਇੰਨੇ ਤਿਆਗੀ। ਫਿਰ ਕੀ ਸੰਤ ਦੀ ਪਰਿਭਾਸ਼ਾ ਮਾਇਆ ਤਿਆਗਣ ਕਰਕੇ ਹੀ ਹੈ? ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧੋ ਸੰਤ ਜਨੋ, ਇਹ ਦੁਨੀਆ ਦੇ ਲੋਗੋ। ਜਾਂ ਇਉਂ ਕਹਿ ਲਓ ਵੀ ਜੇ ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸਾਧੂ ਆ ਤੇ ਮੈਂ ਤਿਆਗੀ ਆ, ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਘਰ-ਬਾਰ ਪਰਿਵਾਰ ਛੱਡਣ ਕਰਕੇ ਕੋਈ ਤਿਆਗੀ ਨਹੀਂ। ਜੇ ਤਿਆਗਣਾ ਤਾਂ ਮਨ ਦਾ ਮਾਣ ਤਿਆਗ। ਜੇ ਕੋਈ ਕਹੇ ਮੈਂ ਘਰ-ਬਾਰ ਪਰਿਵਾਰ ਛੱਡਤਾ ਤੇ ਇਹ ਕਹਿਣਾ ਵੀ ਮੈਂ ਛੱਡਤਾ, ਵੀ ਇਹ ਵੀ ਤਾਂ ਫਿਰ ਇੱਕ ਮੈਂ ਹੀ ਆ, ਮੈਂ ਤੇ ਛੱਡੀ ਨਹੀਂ, ਫਿਰ ਛੱਡਿਆ ਕੀ? ਕੁਛ ਵੀ ਨਹੀਂ। ਸਾਧੋ ਮਨ ਕਾ ਮਾਨ ਤਿਆਗੋ, ਤਿਆਗੋ ਤੋਂ ਭਾਵ ਹੈ ਛੱਡੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਭਾਗੋ। ਭਾਗੋ ਦੇ ਅਰਥ ਨੇ ਦੂਰ ਹੋਣਾ। ਕਹਿੰਦੇ ਜੇ ਤੂੰ ਸੰਗਤ ਛੱਡਣੀ ਹੈ ਨਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਪੰਜਾਂ ਦੀ ਸੰਗਤ ਛੱਡ ਦੇ। ਇਹ ਨਹੀਂ ਵੀ ਇਹ ਬੰਦਾ ਜੀ ਇਸ ਧਰਮ ਦਾ ਜਾਂ ਉਸ ਧਰਮ ਦਾ, ਜੀ ਜਾਤ ਉੱਚੀ ਨੀਵੀਂ, ਮੈਂ ਇਹਦਾ ਸੰਗ ਸਾਥ ਛੱਡਿਆ। ਪਾਤਸ਼ਾਹ ਕਹਿੰਦੇ ਜਿਸ ਇਨਸਾਨ ਦੇ ਵਿੱਚ ਅੱਤ ਦੀਆਂ ਬੁਰਾਈਆਂ ਨੇ, ਹੁਣ ਇਹ ਜਿਹੜਾ ਸਰੀਰ ਹੈ ਨਾ, ਜਿਹੜਾ ਗ੍ਰਸਥ ਜੀਵਨ ਹੈ, ਇਹਨਾਂ ਪੰਜਾਂ ਤੋਂ ਬਿਨਾਂ ਚੱਲਦਾ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਬੰਦਾ ਇਹਦੀ ਹੱਦੋਂ ਵੱਧ ਗਲਤ ਵਰਤੋਂ, ਕ੍ਰੋਧ ਦੀ, ਹੰਕਾਰ ਦੀ, ਪਾਤਸ਼ਾਹ ਕਹਿੰਦੇ ਤੂੰ ਉਹ ਸੰਗਤ ਛੱਡ ਦੇ। ਕਾਮ ਕ੍ਰੋਧ ਸੰਗਤ ਦੁਰਜਨ। ਦੁਰਜਨ ਦੇ ਅਰਥ ਨੇ ਭੈੜੇ, ਖੋਟੇ ਬੰਦੇ। ਖੋਟੇ ਬੰਦੇ ਕੀ? ਇਹਨਾਂ ਪੰਜਾਂ ਨੂੰ ਕਹਿ ਰਹੇ ਨੇ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ, ਐ ਕਹਿੰਦੇ ਨੇ ਦਿਨ ਨੂੰ, ਤੇ ਨਿਸ ਕਹਿੰਦੇ ਨੇ ਰਾਤ ਨੂੰ। ਸਤਿਗੁਰੂ ਜੀ ਕਹਿੰਦੇ ਜੇ ਦਿਨ ਰਾਤ ਤਿਆਗਣਾ ਹੀ ਆ, ਭਜਣਾ ਹੀ ਆ, ਜੇ ਦੂਰ ਰਹਿਣੀ ਆ ਤਾਂ ਇਹਨਾਂ ਤੋਂ ਦੂਰ ਰਹਿ। ਰਹਾਉ ਦੁੱਖ ਸੁਖ ਦੁੱਖ ਦੋਨੋਂ, ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਉਚਾਰਿਆ ਤੇ ਇਹਦਾ ਪ੍ਰੈਕਟੀਕਲ ਵੀ ਹੋਇਆ। ਸਿੰਘਾਂ ਮਸੰਦ ਹੈ, ਧੀਰ ਮੱਲ ਦੇ ਕਹਿਣ ਤੇ ਸਿੰਘੇ ਮਸੰਦ ਨੇ। ਜਦੋਂ ਬਕਾਲੇ ਦੀ ਧਰਤੀ ਤੇ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਨਾਨਕੇ ਪਿੰਡ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਦੋਂ ਸਿੰਘੇ ਮਸੰਦ ਦੀ ਅਗਵਾਈ ਦੇ ਹੇਠ ਧੀਰਮਲ ਨੇ ਕੁਝ ਲਾਲਚ ਦਿੱਤਾ, ਜਦੋਂ ਗੋਲੀਆਂ ਚਲਵਾਈਆਂ, ਮੱਥੇ ਨੂੰ ਛੂਹ ਕੇ ਗੋਲੀ ਲੰਘ ਗਈ, ਸਭ ਕੁਝ ਲੁੱਟ ਕੇ ਧੀਰਮਲ ਲੈ ਗਿਆ, ਤਾਂ ਗੁਜਰਾਤ ਦਾ ਰਹਿਣ ਵਾਲਾ ਜਿਹੜਾ ਮੱਖਣ ਸ਼ਾਹ ਲੁਬਾਣਾ, ਗੁਰੂ ਘਰ ਦਾ ਅਨੰਨ ਸੇਵਕ, ਇਤਿਹਾਸ ਲੰਬਾ, ਉਹਨੂੰ ਪਤਾ ਲੱਗਿਆ ਤੇ ਧੀਰਮਲ ਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਇਆ ਵਿੱਚੇ ਸਿੰਘੇ ਮਸੰਦ ਨੂੰ। ਸਾਰਾ ਸਮਾਨ ਵੀ ਵਾਪਸ ਲਿਆਂਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਖਣ ਸ਼ਾਹ ਲੁਬਾਣਾ ਕਹਿੰਦਾ ਪਾਤਸ਼ਾਹ ਆਹ ਸਾਰਾ ਸਾਜੋ ਸਮਾਨ ਮੈਂ ਵਾਪਸ ਲੈ ਆਂਦਾ। ਅਪਰਾਧੀ ਪਾਪੀ ਬੰਦਾ ਤੁਹਾਡੇ ਸਾਹਮਣੇ ਖਲੋਤਾ, ਜਾਂ ਤਾਂ ਮੈਨੂੰ ਹੁਕਮ ਕਰੋ ਜਾਂ ਫਿਰ ਤੁਸੀਂ ਇਹਨੂੰ ਸਜ਼ਾ ਦਿਓ। ਮੈਨੂੰ ਹੁਕਮ ਕਰੋ, ਜਿਉਂਦੇ ਨੂੰ ਧਰਤੀ ਵਿੱਚ ਗੱਡਦੇ ਆ। 500 ਸਿਪਾਹੀ ਮੱਖਣ ਸ਼ਾਹ ਲੁਬਾਣੇ ਦੇ ਨਾਲ ਚੱਲਦੇ ਸਨ। ਧਨਾੜ ਬੰਦਾ ਸੀ, ਵਪਾਰੀ, ਜੋ ਚਾਹੁੰਦਾ ਕਰ ਸਕਦਾ। ਧੀਰ ਮੱਲ ਤੇ ਸਿੰਘੇ ਮਸੰਦ ਦੀਆਂ ਮੁਸ਼ਕਾਂ ਬੰਨੀਆਂ, ਥਰ ਥਰ ਕੰਬਦੇ ਨੇ ਤੇ ਸਤਿਗੁਰੂ ਜੀ ਕਿੰਨੇ ਪਿਆਰ ਵਾਲੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੱਖਣ ਸ਼ਾਹ ਇਹਨਾਂ ਨੂੰ ਸਮਾਨ ਚਾਹੀਦਾ ਸੀ, ਇਹਨਾਂ ਨੂੰ ਸਮਾਨ ਦੇ ਦਿਓ, ਇਹਨਾਂ ਨੂੰ ਸਨਮਾਨ ਨਹੀਂ ਚਾਹੀਦਾ, ਇਹਨਾਂ ਨੂੰ ਪਿਆਰ ਨਹੀਂ ਚਾਹੀਦਾ, ਵਾਪਸ ਕਰ ਦਿਓ ਇਹਨਾਂ ਨੂੰ। ਸਭ ਕੁਝ ਵਾਪਸ ਧੀਰ ਮੱਲ ਤੇ ਸਿੰਘੇ ਮਸੰਦ ਨੂੰ ਦੇ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਕੁਝ ਨਹੀਂ, ਬਖਸ਼ ਵੀ ਦਿੱਤਾ। ਇੰਨਾ ਅੰਦਰ ਤਿਆਗ ਤੇ ਵੈਰਾਗ ਤੇ ਅਨੁਰਾਗ, ਤਿੰਨੇ ਚੀਜ਼ਾਂ ਜੀਵਨ ਵਿੱਚ
ਪਾਤਸ਼ਾਹ ਜੀ ਕਹਿੰਦੇ ਸੁੱਖ ਦੁੱਖ, ਖੁਸ਼ੀ ਤੇ ਗਮੀ ਨੂੰ ਸਮ ਕਹਿੰਦੇ ਨੇ ਬਰਾਬਰ, ਇੱਕ ਰਸ। ਬੰਦੇ ਕੋਲ ਖੁਸ਼ੀ ਆ ਜੇ, ਬੰਦਾ ਰੱਬ ਨੂੰ ਰੱਬ ਨਹੀਂ ਸਮਝਦਾ। ਜਿਹੜੇ ਗੁਰੂ ਕੋਲ ਅਰਦਾਸਾਂ ਕਰਕੇ ਸਭ ਕੁਝ ਮੰਗਦਾ, ਤੇ ਜਦੋਂ ਸਾਰਾ ਕੁਝ ਮਿਲ ਜਾਂਦਾ, ਬੰਦੇ ਦੇ ਬੋਲਣ ਦਾ ਤਰੀਕਾ ਵੀ ਬਦਲ ਜਾਂਦਾ, ਉਹਦੇ ਤੁਰਨ ਦਾ, ਵਿਚਰਨ ਦਾ ਸੰਸਾਰ ਵਿੱਚ। ਇਉਂ ਕਹਿ ਲਓ ਵੀ ਬੰਦੇ ਦੀ ਨੁਹਾਰ ਹੀ ਬਦਲ ਜਾਂਦੀ ਜਦੋਂ ਬੰਦੇ ਕੋਲ ਸੁੱਖ ਆ ਜੇ, ਤੇ ਦੁੱਖ ਆ ਜੇ ਤੇ ਬੰਦਾ ਹਾਲ ਪੁਹਾਰਿਆਂ ਪਾਉਂਦਾ, ਗੁਰੂ ਕੋਲ ਆਉਂਦਾ। ਪਰ ਸਤਿਗੁਰੂ ਜੀ ਕਹਿੰਦੇ ਸੰਤ ਉਹ, ਸਾਧੂ ਉਹ, ਮਹਾਂਪੁਰਸ਼ ਉਹ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਇਹ ਕਥਾ ਸੁਣਨੀ ਬੜੀ ਸੌਖੀ ਹੈ, ਪਰ ਇਹਨੂੰ ਜੀਵਨ ਵਿੱਚ ਲਾਗੂ ਕਰਨਾ ਜੇ ਗੁਰੂ ਰਹਿਮਤ ਕਰੇ ਫਿਰ ਬੜਾ ਕੁਝ ਹੋ ਸਕਦਾ ਹੈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਕਹਿੰਦੇ ਖੁਸ਼ੀ ਵਿੱਚ ਵੀ ਬੰਦਾ ਗੁਰੂ ਦਾ ਅਹਿਸਾਨਮੰਦ ਰਵੇ, ਤੇ ਜੇ ਦੁੱਖ ਆ ਜੇ ਤੇ ਗੁਰੂ ਨੂੰ ਉਲਾਂਭੇ ਨਾ ਦਵੇ। ਮੇਰੇ ਸਤਿਗੁਰੂ ਜੀ ਕਹਿੰਦੇ ਔਰ ਮਾਨ ਅਪਮਾਨਾ। ਜੇ ਦੁਨੀਆ ਵਿੱਚ ਵਡਿਆਈ ਤੇ ਜੈ ਜੈਕਾਰ ਹੋ ਰਹੀ ਹੈ, ਫਿਰ ਹੰਕਾਰ ਨਾ ਕਰੇ ਕਿ ਮੇਰੀ ਪ੍ਰਭਤਾ ਬੜੀ, ਦੁਨੀਆ ਮੈਨੂੰ ਪੂਜਦੀ, ਇਸ ਗੱਲ ਦਾ ਹੰਕਾਰ ਨਾ ਕਰ। ਤੇ ਜੇ ਕਿਤੇ ਤੇਰੀ ਸੰਸਾਰ ਦੇ ਵਿੱਚ ਵਿਚਰਦਿਆਂ ਨਰਾਦਰੀ ਹੋ ਜੇ, ਜੇ ਤਾਂ ਜੈ ਜੈਕਾਰ ਹੋਵੇ ਫਿਰ ਗੁਰੂ ਨੂੰ ਭੁੱਲ ਜਾਂਦਾ, ਤੇ ਜੇ ਨਰਾਦਰੀ ਹੋਵੇ ਫਿਰ ਗੁਰੂ ਨੂੰ ਉਲਾਂਭੇ ਦਿੰਦਾ। ਪਾਤਸ਼ਾਹ ਜੀ ਕਹਿੰਦੇ ਭਾਵੇਂ ਖੁਸ਼ੀ ਤੇ ਭਾਵੇਂ ਗਮ, ਭਾਵੇਂ ਤੇਰੀ ਇੱਜ਼ਤ ਭਾਵੇਂ ਬੇਇੱਜ਼ਤੀ, ਜੇ ਕਹਿੰਦੇ ਇਹਨਾਂ ਦੋਵਾਂ ਰਸਾਂ ਦੇ ਵਿੱਚ ਤੂੰ ਇੱਕੋ ਰਹਿਣਾ। ਮੇਰੇ ਸਤਿਗੁਰੂ ਜੀ ਕਹਿੰਦੇ ਇਹ ਹੈ ਸਾਧ ਦੀ ਪਰਿਭਾਸ਼ਾ। ਤੇ ਜੇ ਸਾਧ, ਖਿਮਾ ਕਰਿਓ, ਜੇ ਉਹ ਪੱਗਾਂ ਪਿੱਛੇ ਹੀ ਲੜੀ ਜਾਣ ਵੀ ਮੈਂ ਹੁਣ ਗੱਦੀ ਤੇ ਬਹਿਣਾ, ਗੱਡੀਆਂ ਪਿੱਛੇ, ਪ੍ਰਾਪਰਟੀ ਪਿੱਛੇ ਇੱਕ ਦੂਜੇ ਨਾਲ, ਉਹ ਜੇ ਸੰਤ ਦੇ ਕੇਸ ਵੀ ਕੋਰਟ ਕਚਹਿਰੀਆਂ ਵਿੱਚ ਚੱਲਦੇ ਹੋਣ, ਤੇ ਫਿਰ ਆਮ ਬੰਦੇ ਤੇ ਲੋਕਾਂ ਵਿੱਚ ਹੈ ਕੋਈ ਫਰਕ? ਖਿਮਾ ਕਰਿਓ, ਫਿਰ ਸਾਧੂ ਕਹਿਣ ਦੀ ਕੀ ਲੋੜ? ਜਿਹੜੇ ਪੁਲਿਸ ਵਾਲੇ ਕਹਿੰਦੇ ਮਹਾਂਪੁਰਸ਼, ਤੇ ਜਦੋਂ ਹੱਥ ਕੜੀ ਲਾ ਕੇ ਤੇ ਜਦੋਂ ਕਚਹਿਰੀਆਂ ਵਿੱਚ ਘੜੀਸੀ ਫਿਰਦੇ, ਫਿਰ ਤੇ ਉਹ ਆਮ ਬੰਦਾ ਹੀ ਹੋਇਆ ਨਾ। ਸਤਿਗੁਰੂ ਜੀ ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਇਹ ਸਾਧੂ ਦੀ ਅਵਸਥਾ ਬਿਆਨ ਕੀਤੀ ਗੁਰੂ ਨੇ, ਵੀ ਇਹਨੂੰ ਕਹਿੰਦੇ ਸਾਧੂ ਜਿਹੜਾ ਇਸ ਅਵਸਥਾ ਤੇ ਪਹੁੰਚ ਜਾਂਦਾ। ਬਾਕੀ ਤੇ ਰੌਲਾ ਹੀ ਹੈ, ਕੋਈ ਸਾਧੂ ਸੂਧੂ ਨਹੀਂ। ਖਿਮਾ ਕਰਿਓ, ਲੰਘ ਚੁੱਕੇ ਸਮੇਂ ਵਿੱਚ ਬਿਰਲੇ ਹੋ ਚੁੱਕੇ ਨੇ, ਜਾਂ ਕੋਈ ਇੱਕ ਅੱਧਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੀ ਕਹਿੰਦੇ ਕੋਟਣ ਮੈਂ ਨਾਰਾਇਣ ਕੋ, ਕੋਟਣ ਮੈਂ ਲੱਖਾਂ ਕਰੋੜਾਂ ਵਿੱਚ ਨਾਰਾਇਣ ਜਿਹੇ ਚੀਤ, ਜਿਹਦੇ ਚਿੱਤ ਵਿੱਚ ਹੈ, ਕਰੋੜਾਂ ਵਿੱਚੋਂ ਕੋਈ ਹਜ਼ਾਰ ਨਹੀਂ, ਕੋਈ ਲੱਖ ਨਹੀਂ, ਜਿਹਦੇ ਰੱਬ ਚੇਤੇ ਆ, ਕੋਈ ਇੱਕ ਅੱਧਾ ਹੋਵੇਗਾ ਤੇ ਹੋਵੇਗਾ। ਸਤਿਗੁਰੂ ਜੀ ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਕਹਿੰਦੇ ਜਿਹੜਾ ਖੁਸ਼ੀ ਤੇ ਗਮੀ ਤੋਂ ਵੀ ਉੱਚਾ ਉੱਠ ਜੇ, ਹਰਖ ਕਹਿੰਦੇ ਨੇ ਖੁਸ਼ੀ ਨੂੰ, ਸੋਗ ਕਹਿੰਦੇ ਨੇ ਚਿੰਤਾ ਨੂੰ। ਖੁਸ਼ੀ ਆ ਗਈ ਤਾਂ ਵੀ ਰੱਬ ਦਾ ਸ਼ੁਕਰਾਨਾ, ਚਿੰਤਾ ਕੋਈ ਦੁੱਖ ਆ ਗਿਆ ਤਾਂ ਵੀ ਮਾਲਕ ਤੇਰੀ ਰਜ਼ਾ। ਅਤੀਤਾ ਦੇ ਅਰਥ ਨੇ ਨਿਰਲੇਪ। ਤਿੰਨ ਜਗ ਤਤ ਪਛਾਨਾ, ਤਤ ਦੇ ਅਰਥ ਨੇ ਉਹ ਵਸਤੂ, ਤਤ ਵਸਤੂ। ਕਹਿੰਦੇ ਜਿਹਨੇ ਉਸ ਤਤ ਵਸਤੂ ਨੂੰ, ਰਸ ਨੂੰ ਜਾਣ ਲਿਆ, ਪਾਤਸ਼ਾਹ ਜੀ ਕਹਿੰਦੇ ਇਹੀ ਸੰਤ ਦੀ ਪਰਿਭਾਸ਼ਾ। ਇਹ ਕਿਸੇ ਤੇ ਵੀ ਲਾਗੂ ਹੋ ਸਕਦਾ, ਇਹ ਅਵਸਥਾ ਨੂੰ ਕੋਈ ਵੀ ਪਹੁੰਚ ਸਕਦਾ ਤੁਹਾਡੇ ਵਿੱਚੋਂ ਵੀ। ਜ਼ਰੂਰੀ ਨਹੀਂ ਵੀ ਘਰ-ਬਾਰ ਛੱਡ ਕੇ ਕਿਸੇ ਨੇ ਸੰਤ ਬਣਨਾ। ਕੋਈ ਟਰੱਕ ਚਲਾਉਂਦੇ ਆ, ਕੋਈ 8 ਘੰਟੇ ਕੰਮ ਕਰਦੇ ਆ, ਮਿਹਨਤ ਕਰਦੇ ਆ, ਵੀ ਇਸ ਅਵਸਥਾ ਤੱਕ ਪਹੁੰਚ ਸਕਦਾ। ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ, ਉਹ ਪੈਂਟ ਸ਼ਰਟ ਵਿੱਚ ਵੀ ਹੋ ਸਕਦਾ, ਉਹ ਚੋਲੇ ਵਿੱਚ ਵੀ ਹੋ ਸਕਦਾ, ਉਹ ਬੀਬੀਆਂ ਭੈਣਾਂ ਦੇ ਰੂਪ ਵਿੱਚ ਵੀ ਹੋ ਸਕਦਾ। ਕਿਉਂਕਿ ਬਾਣੀ ਨੇ ਕੱਪੜਿਆਂ ਨੂੰ, ਸਰੀਰ ਨੂੰ ਨਹੀਂ, ਬਾਣੀ ਨੇ ਤਾਂ ਅਵਸਥਾ ਨੂੰ ਸੰਤ ਮੰਨੇ। ਜੋ ਲਿਖਿਆ ਮੈਂ ਉਹ ਬਿਆਨ ਕੀਤਾ। ਸਤਿਗੁਰੂ ਜੀ ਕਹਿੰਦੇ ਉਸਤਤ ਨਿੰਦਾ। ਹੁਣ ਉਸਤਤ ਨਿੰਦਾ, ਜਦੋਂ ਵੀ ਇਹ ਬਚਨ ਆਉਣਗੇ ਨਾ ਦੋ, ਉਸਤਤ ਦੇ ਨਾਲ ਜਦੋਂ ਨਿੰਦਿਆ ਆਏਗੀ, ਇਹਦੇ ਅਰਥ ਹੁੰਦੇ ਨੇ। ਉਸਤਤ ਦੇ ਅਰਥ ਨੇ, ਕਿਉਂਕਿ ਦੋ ਚੀਜ਼ਾਂ ਨੇ, ਦੋ ਲਫ਼ਜ਼ ਨੇ। ਨਿੰਦਿਆ ਹਮੇਸ਼ਾ ਪਿੱਠ ਪਿੱਛੇ ਹੁੰਦੀ। ਪਿੱਠ ਪਿੱਛੇ ਕਿੱਦਾਂ ਹੁੰਦੀ? ਉਹ ਤਾਂ ਐਦਾਂ ਕਹਿੰਦਾ ਸੀ, ਉਹ ਐਦਾਂ ਕਹਿੰਦਾ ਸੀ। ਪਿੱਠ ਪਿੱਛੇ ਹਮੇਸ਼ਾ ਨਿੰਦਿਆ ਹੁੰਦੀ। ਉਸਤਤ ਦੇ ਅਰਥ ਨੇ ਇੱਥੇ ਖੁਸ਼ਾਮਦੀ। ਸੱਚ ਜਾਣਿਓ ਤੁਹਾਨੂੰ ਨਿੰਦਿਆ ਕਰਨ ਲਈ ਵੀ ਝੂਠ ਬੋਲਣਾ ਪੈਂਦਾ,
ਤੇ ਤੁਹਾਨੂੰ ਖੁਸ਼ਾਮਦੀ ਕਹਿ ਲਓ, ਜੱਟ ਭਾਸ਼ਾ 'ਚ ਕਹਿੰਦੇ ਆ ਚਾਪਲੂਸੀ, ਤੁਹਾਨੂੰ ਚਾਪਲੂਸੀ ਕਰਨ ਵਿੱਚ ਵੀ ਝੂਠ ਬੋਲਣਾ ਪੈਂਦਾ। ਜਿਹੜਾ ਸੱਚਾ ਬੰਦਾ ਹੁੰਦਾ ਨਾ, ਉਹਨੂੰ ਵੀ ਪਤਾ ਹੁੰਦਾ ਵੀ ਐਵੇਂ ਫੂਕ ਛਕਾਈ ਜਾਂਦਾ ਏ, ਐਵੇਂ ਬਿਨਾਂ ਗੱਲ ਤੋਂ ਹੀ ਪਤਾ ਉਹਨੂੰ ਵੀ ਹੁੰਦਾ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਤੂੰ ਦੋਵੇਂ ਛੱਡ ਦੇ। ਜਦੋਂ ਦੋਵਾਂ ਵਿੱਚ ਹੀ ਝੂਠ ਬੋਲਣਾ ਪੈਂਦਾ, ਖੁਸ਼ਾਮਦੀ ਕਰਨ ਲਈ ਵੀ ਝੂਠ ਬੋਲਣਾ ਪੈਂਦਾ, ਨਿੰਦਿਆ ਕਰਨ ਲਈ ਵੀ ਝੂਠ ਬੋਲਣਾ ਪੈਂਦਾ, ਮੇਰੇ ਸਤਿਗੁਰੂ ਜੀ ਕਹਿੰਦੇ ਦੋਵੇਂ ਛੱਡ ਦੇ। ਕਿਹੜੇ ਚੱਕਰਾਂ 'ਚ ਪਿਆ? ਉਸਤਤ ਨਿੰਦਾ ਦੋ ਤੇ ਆਗੇ। ਇੱਥੇ ਨਿੰਦਿਆ ਦੇ ਅਰਥ ਸੱਚ ਨੂੰ ਬਿਆਨ ਕਰਨਾ ਨਿੰਦਾ ਨਹੀਂ ਹੁੰਦੀ। ਉਸਤਤ ਨਿੰਦਾ ਦੋ ਤੇ ਆਗੇ, ਖੋਜੈ ਪਦ ਨਿਰਵਾਣਾ। ਉਹ ਨਿਰਵਾਣ ਪਦ, ਪਦਵੀ, ਆਤਮਿਕ ਅਵਸਥਾ ਦੀ ਖੋਜ ਕਰ ਲੈਂਦਾ। ਕੌਣ? ਜਿਹੜਾ ਕਹਿੰਦੇ ਇਹਨਾਂ ਚੀਜ਼ਾਂ ਤੋਂ ਉੱਚੀਆਂ ਉੱਠ ਜੇ। ਤੇ ਅਖੀਰ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਬੜਾ ਔਖਾ ਕੰਮ ਹੈ ਇਹ। ਨਿੰਦਿਆ ਛੱਡਣੀ ਵੀ ਬੜਾ ਔਖਾ ਕੰਮ, ਤੇ ਖੁਸ਼ਾਮਦੀ ਛੱਡਣੀ ਵੀ ਬਹੁਤ ਔਖਾ ਕੰਮ। ਅਖੀਰ ਵਿੱਚ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ। ਪਰ ਕਹਿੰਦੇ ਇਹ ਕੰਮ ਹੈ ਬਹੁਤ ਔਖਾ, ਇਹ ਨਹੀਂ ਛੱਡ ਹੁੰਦਾ। ਕੋਈ ਇੱਕ ਅੱਧਾ ਛੱਡ ਦਵੇ। ਜਿਹਨੇ ਛੱਡਤਾ ਉਹ ਸੰਤ, ਉਹ ਸਾਧੂ, ਉਹ ਮਹਾਂਪੁਰਸ਼। ਜਨ ਨਾਨਕ ਇਹ ਖੇਲ ਕਠਨ ਹੈ, ਔਖਾ ਕੰਮ ਹੈ। ਕਿਨਹੂ ਗੁਰਮੁਖ ਜਾਨਾ। ਕਹਿੰਦੇ ਕੋਈ ਟਾਵੇਂ ਵਿਰਲੇ ਨੇ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਇਸ ਅਵਸਥਾ ਨੂੰ ਸਮਝ ਲਿਆ ਤੇ ਜਿਹੜੇ ਇਸ ਅਵਸਥਾ ਨੂੰ ਪ੍ਰਾਪਤ ਹੋਏ। ਇੰਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਔਗਣ ਚਿਤਾਰਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿਮਤ ਕਰਨ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਧੰਨ ਸਾਹਿਬ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਦੋਵਾਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧੂ ਨਾਨਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦੀ ਹਾਂ ਭਾਈ ਸਾਹਿਬ ਭਗਤ ਸਿੰਘ ਸਿੰਘ ਹੋਣਾ ਦਾ। ਸੰਗਤਾਂ ਨੂੰ ਬੇਨਤੀ ਹੈ ਕਿ ਜੇ 2 ਮਿੰਟ ਆਪ ਜੀ ਹੋਰ ਬੈਠ ਸਕਦੇ ਹੋ। ਆਪਣੇ ਪਾਸ ਟ੍ਰੇਸੀ ਦੇ ਜੋ ਵਾਈਸ ਮੇਅਰ ਹਨ ਬੀਬੀ ਵਰੋਨਿਕਾ ਵਰਗਸ, ਉਹ ਪਹੁੰਚੇ ਹਨ। ਉਹਨਾਂ ਨੇ ਆਪ ਸੰਗਤਾਂ ਦੇ 2 ਮਿੰਟ ਵਾਸਤੇ ਦਰਸ਼ਨ ਕਰਨੇ ਹਨ। ਸ਼ੀ ਇਜ਼ ਰਨਿੰਗ ਲਾਈਕ ਐਜ਼ ਐ ਅਸੈਂਬਲੀ ਮੈਂਬਰ ਫਰਮ ਡਿਸਟ੍ਰਿਕਟ 30। ਜਿਹੜੇ ਡਿਸਟ੍ਰਿਕਟ 30 ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜ਼ਰੂਰ ਵੋਟ ਪਾਇਓ। ਤੇ ਵਰੋਨਿਕਾ ਵਰਗਸ ਨੇ ਲਾਸਟ ਸੰਡੇ ਆਉਣਾ ਸੀ ਆਪਣੇ ਨਗਰ ਕੀਰਤਨ ਦੇ ਉੱਤੇ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕ੍ਰਿਸਚਨਾਂ ਦਾ ਵੀ ਜੋ ਈਸਟਰ ਸੰਡੇ ਸੀ, ਬੜਾ ਵੱਡਾ ਉਹਦਾ ਫੈਸਟੀਵਲ ਹੁੰਦਾ, ਉਹਦੇ ਰੁਝੇਵਿਆਂ ਦੇ ਕਾਰਨ ਉਹ ਇੱਥੇ ਨਹੀਂ ਪਹੁੰਚ ਸਕੇ। ਤੇ ਅੱਜ ਉਹ ਆਪਣੇ ਪਾਸ ਪਹੁੰਚੇ ਹਨ। ਤੇ ਜੋ ਇੱਕ ਰੇਲਵੇ ਦਾ ਪ੍ਰੋਜੈਕਟ ਹੈ, ਜਿਹੜੇ ਵੀ ਟਰੱਕ ਚਲਾਉਂਦੇ ਹਨ ਜਾਂ ਏਰੀਏ ਦੇ ਵਿੱਚ ਜੌਬਾਂ ਕਰਦੇ ਹਨ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੇਲਵੇ ਜਿਹੜਾ ਹੈ ਉਹ ਲਿਵਰਪੂਲ ਤੋਂ ਜਾਂਦਾ ਹੈ। ਤੇ ਜਿੰਨਾ ਵੀ ਰਸ਼ ਪੈਂਦਾ ਹੈ ਉਹ ਸਾਰਾ ਤਕਰੀਬਨ 205 ਹਾਈਵੇ ਦੇ ਉੱਤੇ ਟ੍ਰੇਸੀ ਜਾਂ ਮਾਊਂਟਨ ਹਾਊਸ ਦੇ ਲਾਗੇ ਜਾਂ ਪਹਾੜੀ ਦੇ ਉੱਤੇ ਪੈਂਦਾ ਹੈ। ਇਹ ਬੀਬੀ ਉਹ ਪ੍ਰੋਜੈਕਟ ਲੈ ਕੇ ਆ ਰਹੀ ਹੈ ਕਿ ਉਹ ਜਿਹੜਾ ਰੇਲਵੇ ਉਹ ਸੈਂਟਰਲ ਵੈਲੀ ਤੱਕ ਆਵੇ, ਆਪਣੇ ਸਟਾਕਟਨ ਤੱਕ ਤਕਰੀਬਨ ਆਵੇ, ਤਾਂ ਕਿ ਹਰ ਇੱਕ ਬੰਦਾ ਇੱਥੋਂ ਚੜ੍ਹ ਕੇ ਏਰੀਏ ਦੇ ਵਿੱਚ ਜੌਬ ਕਰਨ ਵਾਲਾ ਜਾ ਸਕੇ। ਉਸ ਦਾ ਸਾਨੂੰ ਟਰੱਕਾਂ ਵਾਲਿਆਂ ਨੂੰ ਬਹੁਤ ਫਾਇਦਾ ਹੋਊਗਾ। ਆਈ ਰੀਅਲੀ ਲਾਈਕ ਟੂ thankful to Veronica Burgess. She just like introduced a project